ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰੋਆ। ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ। ਸਿੱਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਗੋਆ। ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਸੋਆ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਘਰ ਦੂਜਾ। ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰਹੁ ਤਾਰਨ ਹਾਰੇ। ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰਹੁ ਤਾਰਨ ਹਾਰੇ। ਮਾਧੋ ਤੂੰ ਠਾਕੁਰ ਸਿਰ ਮੋਰਾ
ਈਹਾ ਊਹਾ ਤੁਹਾਰੂ ਧੂਰਾ ਰਹਾਉ। ਕੀਤੇ ਕੋ ਮੇਰੇ ਸਮਨੈ ਕਰਨ ਹਾਰ ਤ੍ਰਿਣ ਜਾਨੈ। ਤੂੰ ਦਾਤਾ ਮੰਗਨ ਕੋ ਸਗਲੀ ਦਾਨ ਦੇਹ ਪ੍ਰਭ ਭਾਨੈ। ਖਿਨ ਮਹਿ ਅਵਰ ਖਿਨ ਹੈ ਮਹਿ ਅਵਰਾ ਅਚਰਜ ਚਲਤ ਤੁਮਾਰੇ। ਰੂੜੋ ਗੂੜੋ ਗਹਿਰ ਗੰਭੀਰੋ ਊਚੋ ਅਗਮ ਅਪਾਰੇ। ਸਾਧ ਸੰਗ ਜੋ ਤੁਮ ਹੈ ਮਿਲਾਇਓ ਓ ਸੁਣੀ ਤੁਮਾਰੀ ਬਾਣੀ। ਆਨੰਦ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ। ਸਾਧ ਸੰਗ ਜੋ ਤੁਮ ਹੈ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ। ਆਨੰਦ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਹਾਜ਼ਰ ਨਾਜ਼ਰ ਪ੍ਰਤੱਖ ਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ ਗਿਆਨ ਦੇ ਸਾਗਰ ਸਾਰੀ ਹੀ ਕਾਇਨਾਤ ਦੇ ਸਾਂਝੇ ਰਾਇਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ। ਬੜੇ ਵੱਡੇ ਭਾਗ ਹਨ ਜੋ ਕਿ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਰਹਿਮਤ ਬਖਸ਼ਿਸ਼ ਕਿਰਪਾ ਵਰਤੀ ਹੈ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਬਾਣੀ ਸੁਣਨ ਪੜ੍ਹਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਗੁਰੂ ਘਰ ਦੀ ਸੇਵਾ ਤੇ ਸੰਗਤ ਦੇ ਦਰਸ਼ਨ ਦਿਦਾਰੇ ਅਮੋਲਕ ਦਾਤਾਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਤਰੁੱਠ ਕਰਕੇ ਬਖਸ਼ੀਆਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਖਤਾਂ ਤੇ ਬਿਰਾਜਮਾਨ ਹੋਏ। ਨਿਤਨੇਮ ਦੇ ਦੀਵਾਨ ਸੱਜੇ ਸਤ ਸੰਗਤ ਜੀ ਅੰਮ੍ਰਿਤ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਰੁੱਠ ਕਰਕੇ ਕਿਰਪਾ ਕੀਤੀ। ਸ੍ਰੀ ਮੁਖ ਵਾਕ ਦੀ ਬਖਸ਼ਿਸ਼ ਹੋਈ। ਜੋ ਹੁਕਮ ਸਤਿਗੁਰਾਂ ਜੀ ਨੇ ਬਖਸ਼ਿਆ ਹੈ ਸਤਿਗੁਰਾਂ ਜੀ ਦੇ ਦੁਆਰਾ ਬਖਸ਼ੇ ਹੋਏ ਹੁਕਮ ਦੀ ਵਿਚਾਰ ਵੀ ਕਰਨੀ ਹੈ ਤੁਸ਼ ਬੁੱਧੀ ਦੇ ਅਨੁਸਾਰ। ਤੇ ਨਾਲ ਹੀ ਸਤ ਸੰਗਤ ਜੀ ਜਿੱਥੇ ਅੱਜ ਭਾਗਾਂ ਭਰਿਆ ਦਿਨ ਹੈ ਜਿੱਥੇ ਅੱਜ ਭਾਗਾਂ ਵਾਲਾ ਦਿਨ ਹੈ ਸਤ ਸੰਗਤ ਜੀ। ਕਿਉਂ ਭਾਗਾਂ ਵਾਲਾ ਹੈ? ਕਿਉਂਕਿ ਗੁਰਮੁਖੋ ਅੱਜ ਦੇ ਦਿਨ ਨਿਰੰਕਾਰ ਆਪ ਇਸ ਮਾਤ ਲੋਕ ਉੱਤੇ ਆਇਆ। ਅੱਜ ਦੇ ਦਿਨ ਅਕਾਲ ਪੁਰਖ ਪ੍ਰਮਾਤਮਾ ਆਪ ਪ੍ਰਗਟ ਹੋਏ ਹਨ। ਤੇ ਕਿਸ ਰੂਪ ਦੇ ਵਿੱਚ ਪ੍ਰਗਟ ਹੋਏ? ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਸਤ ਸੰਗਤ ਜੀ ਆਪ ਸਰਬੱਤ ਸੰਗਤਾਂ ਨੂੰ ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਪ੍ਰਗਟ ਦਿਹਾੜੇ ਦੀਆਂ ਬੇਅੰਤ ਵਧਾਈਆਂ ਹੋਣ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਹੋਈ।
ਕਿ ਆਪਾਂ ਸਾਰੇ ਜੁੜ ਮਿਲ ਕੇ ਉਸ ਨਿਰੰਕਾਰ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾ ਰਹੇ ਹਾਂ। ਗੁਰਮੁਖੋ, ਅੱਜ ਪ੍ਰਕਾਸ਼ ਦਿਹਾੜਾ ਹੈ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ, ਪ੍ਰਗਟ ਦਿਹਾੜਾ ਹੈ। ਧੰਨ ਭਾਈ ਗੁਰਦਾਸ ਜੀ ਨੇ ਸ਼ਬਦ ਵਰਤਿਆ ਪ੍ਰਗਟ। ਇਹ ਪ੍ਰਗਟ ਸ਼ਬਦ ਕਿਉਂ ਵਰਤਿਆ, ਇਹਦੇ ਪਿੱਛੇ ਕੀ ਭੇਦ ਹੈ? ਤੇ ਯਤਨ ਕਰਿਆ ਕਰੀਏ ਗੁਰਮੁਖੋ, ਆਪਾਂ ਵੀ ਕਿਆ ਕਰੀਏ ਕਿ ਅੱਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਗਟ ਦਿਹਾੜਾ ਹੈ। ਇਸ ਦੀ ਵਿਚਾਰ ਤੋਂ ਪਹਿਲਾਂ ਯਤਨ ਕਰੀਏ ਕਿ ਕਿਉਂ ਲੋੜ ਪਈ ਆਪ ਨਿਰੰਕਾਰ ਨੂੰ ਧਰਤੀ ਤੇ ਆਉਣ ਦੀ। ਸਤ ਸੰਗਤ ਜੀ, ਆਪ ਅਕਾਲ ਪੁਰਖ ਪਰਮਾਤਮਾ ਇਸ ਮਾਤ ਲੋਕ ਉੱਤੇ ਆਏ, ਇਹਦੇ ਪਿੱਛੇ ਕੋਈ ਕਾਰਨ ਹੋਵੇਗਾ ਜ਼ਰੂਰ, ਕਿਉਂਕਿ ਅਕਾਰਨ ਕੁਝ ਵੀ ਨਹੀਂ ਹੁੰਦਾ। ਜੋ ਵੀ ਹੁੰਦਾ ਹੈ ਉਹਦੇ ਪਿੱਛੇ ਕਾਰਨ ਹੁੰਦਾ ਹੈ। ਕੀ ਕਾਰਨ ਹੈ? ਸਤ ਸੰਗਤ ਜੀ ਜਰਾ ਧਿਆਨ ਦਿਓ। ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਅੰਦਰ ਸਾਨੂੰ ਸਮਝਾਉਂਦੇ ਹਨ, ਦੱਸਦੇ ਹਨ ਕਿ ਭਲਿਓ ਇਹ ਜਿਹੜੀ ਧਰਤੀ ਹੈ ਇਹਨੂੰ ਪਹਾੜਾਂ ਦਾ ਭਾਰ ਨਹੀਂ ਲੱਗਦਾ। ਇਹ ਜਿਹੜੀ ਧਰਤੀ ਹੈ ਇਹਨੂੰ ਮਹਿਲ ਮਾੜੀਆਂ ਦਾ ਭਾਰ ਨਹੀਂ ਲੱਗਦਾ। ਇਹ ਜਿੰਨੀ ਬਨਸਪਤੀ ਹੈ, ਜਿੰਨੇ ਰੁੱਖ ਆਦਿਕ ਜੋ ਵੀ ਹੈ, ਸਤ ਸੰਗਤ ਜੀ, ਕਦੀ ਧਰਤੀ ਨੇ ਇਹ ਨਹੀਂ ਕਿਹਾ ਕਿ ਮੈਨੂੰ ਭਾਰੇ ਲੱਗਦੇ ਹਨ। ਜੇ ਪੁੱਛੀਏ ਇਹ ਧਰਤੀ ਤੈਨੂੰ ਕੀ ਭਾਰਾ ਲੱਗਦਾ ਹੈ, ਤੇ ਸਤ ਸੰਗਤ ਜੀ ਫਿਰ ਧਰਤੀ ਕਹਿੰਦੀ ਹੈ ਭਾਰੇ ਭੋਈ ਅਕਿਰਤ ਘਣਾ ਮੰਦੀ ਹੂੰ ਮੰਦੇ। ਸਤ ਸੰਗਤ ਜੀ ਜੋ ਅਕਿਰਤ ਘਣ ਹਨ ਉਹਨਾਂ ਦਾ ਧਰਤੀ ਨੂੰ ਭਾਰ ਲੱਗਦਾ ਹੈ, ਭਾਰ। ਤੇ ਇਸ ਭਾਰ ਦੇ ਥੱਲੇ ਦੱਬੀ ਹੋਈ ਤਰਲੇ ਲੈਂਦੀ ਹੈ, ਤਰਲੇ ਬੇਨਤੀ ਕਰਦੀ ਹੈ। ਸਤ ਸੰਗਤ ਜੀ, ਅਕਿਰਤ ਘਣ ਕੌਣ ਹੁੰਦੇ ਹਨ? ਅਕਿਰਤ ਘਣ ਸ਼ਬਦ ਤੋਂ ਕੀ ਭਾਵ ਹੈ? ਸਤ ਸੰਗਤ ਜੀ, ਜਿਹੜੇ ਕੀਤੇ ਹੋਏ ਪਰ ਉਪਕਾਰਾਂ ਨੂੰ ਭੁੱਲ ਜਾਂਦੇ ਹਨ। ਅਕਾਲ ਪੁਰਖ ਪਰਮਾਤਮਾ ਦੀ ਦਇਆ ਦੇ ਸਦਕਾ ਇਹ ਮਨੁੱਖਾ ਦੇਹ ਪ੍ਰਾਪਤ ਹੋਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਤਰਸ ਕੀਤਾ। 84 ਲੱਖ ਜੋਨ ਤੋਂ ਬਾਅਦ ਇਹ ਮਨੁੱਖਾ ਦੇਹ ਪ੍ਰਾਪਤ ਹੋਈ ਗੁਰਮੁਖੋ। ਤੇ ਸਤ ਸੰਗਤ ਜੀ, ਇਹ ਕਿਰਪਾ ਉਸ ਅਕਾਲ ਪੁਰਖ ਪਰਮਾਤਮਾ ਦੀ ਹੈ। ਪਰ ਮਨੁੱਖ ਇਸ ਮਾਤ ਲੋਕ ਉੱਤੇ ਆ ਕਰਕੇ ਉਸ ਸੱਚੇ ਪਾਤਸ਼ਾਹ ਜੀ ਦੇ ਕੀਤੇ ਹੋਏ ਪਰ ਉਪਕਾਰਾਂ ਨੂੰ ਭੁੱਲ ਕਰਕੇ ਤੇ ਮਾਇਆ ਦੀ ਪਕੜ ਦੇ ਵਿੱਚ ਫਸ ਜਾਂਦਾ ਹੈ। ਕਦੀ ਯਤਨ ਨਹੀਂ ਕਰਦਾ ਕਿ ਮੈਂ ਦਾਤੇ ਨੂੰ ਚਿੱਤ ਦੇ ਵਿੱਚ ਵਸਾ ਲਵਾਂ। ਕਦੀ ਯਤਨ ਨਹੀਂ ਕਰਦਾ ਕਿ ਮੈਂ ਭਾਈ ਰੱਬ ਦੇ ਗੁਣ ਗਾ ਲਵਾਂ। ਕਦੀ ਯਤਨ ਨਹੀਂ ਕਰਦਾ ਕਿ ਭਾਈ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹ ਲਵਾਂ। ਇਸ ਕਰਕੇ ਅਕਿਰਤ ਕਣ ਬਣ ਜਾਂਦਾ ਹੈ। ਅਕਿਰਤ ਕਣ ਸਤ ਸੰਗਤ ਜੀ, ਕੀਤੇ ਹੋਏ ਪਰ ਉਪਕਾਰਾਂ ਨੂੰ ਭੁੱਲ ਜਾਣ ਵਾਲਾ ਬੰਦਾ ਅਕਿਰਤ ਕਣ ਹੁੰਦਾ ਹੈ। ਇਹ ਪਰ ਉਪਕਾਰ ਕਿਸੇ ਵੱਲੋਂ ਵੀ ਕੀਤੇ ਜਾ ਸਕਦੇ ਹਨ। ਸਤ ਸੰਗਤ ਜੀ ਜਰਾ ਧਿਆਨ ਦਿਓ, ਆਪਾਂ ਗੁਰੂ ਦੇ ਸਿੱਖ ਹਾਂ ਤੇ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ, ਪ੍ਰਗਟ ਦਿਹਾੜੇ ਨੂੰ ਯਾਦ ਕਰਨਾ ਹੈ, ਜਿੱਥੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸਣੇ ਹਨ, ਉੱਥੇ ਸਤ ਸੰਗਤ ਜੀ ਗੁਰਮਤਿ ਦੇ ਆਧਾਰ ਤੇ ਕੁਝ ਬੇਨਤੀਆਂ ਵੀ ਸੰਗਤ ਦੇ ਚਰਨਾਂ 'ਚ ਕਰਨੀਆਂ ਹਨ। ਗੁਰਮੁਖੋ, ਆਪਾਂ ਗੁਰੂ ਦੇ ਸਿੱਖ ਹਾਂ, ਗੁਰੂ ਦੇ। ਜਰਾ ਧਿਆਨ ਦਿਓ, ਕਿਤੇ ਕੀਤੇ ਹੋਏ ਪਰ ਉਪਕਾਰਾਂ ਨੂੰ ਅਸੀਂ ਭੁੱਲ ਤਾਂ ਨਹੀਂ ਗਏ। ਅਕਾਲ ਪੁਰਖ ਪਰਮਾਤਮਾ ਨੇ ਦਾਤਾਂ ਬਖਸ਼ੀਆਂ, ਮਹਿਲ ਮਾੜੀਆਂ ਬਖਸ਼ੀਆਂ, ਧਨ ਜਾਇਦਾਦ ਬਖਸ਼ਿਆ, ਪੁੱਤਰ ਧੀਆਂ ਬਖਸ਼ੇ। ਇਹ ਨਾ ਹੋਵੇ ਕਿ ਕਿਤੇ ਸਾਨੂੰ ਰੱਬ ਦਾ ਚੇਤਾ ਹੀ ਨਾ ਆਇਆ ਹੋਵੇ। ਜੇ ਨਹੀਂ ਆਇਆ ਤੇ ਗੁਰਮੁਖੋ ਆਪਾਂ ਵੀ ਅਕਿਰਤ ਕਣ ਹਾਂ। ਗੁਰਮੁਖੋ, ਇਸੇ ਬਿਰਤੀ ਨੂੰ ਜਰਾ ਆਪਣੇ ਉੱਤੇ ਢਾਲਿਓ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ 'ਚ ਸਮਝਾਇਆ ਗੁਰਮੁਖਾ, ਜਿਨ ਕੇ ਜਣੇ ਵਡੇਰੇ ਤੁਮ ਹੋ ਤਿਨ ਸਿਉ ਝਗਰਤ ਪਾਪ। ਗੁਰਮੁਖੋ, ਮਾਤਾ ਪਿਤਾ ਦੇ ਕੀਤੇ ਹੋਏ ਪਰ ਉਪਕਾਰਾਂ ਨੂੰ ਜੇ ਭੁੱਲ ਗਏ ਤੇ ਤਾਂ ਵੀ ਅਕਿਰਤ ਕਣ ਹਾਂ, ਤਾਂ ਵੀ ਅਸੀਂ ਅਕਿਰਤ ਕਣ ਹਾਂ। ਤੇ ਸਤ ਸੰਗਤ ਜੀ, ਇਸ ਧਰਤੀ ਦੇ ਉੱਤੇ ਅਵਸਥਾ ਹੀ ਇਸ ਤਰ੍ਹਾਂ ਦੀ ਬਣ ਚੁੱਕੀ ਸੀ ਕਿ ਸਾਰੇ ਭਾਈ ਭੁੱਲ ਚੁੱਕੇ ਸਨ। ਸਾਰੇ ਜੇ ਕਿਸੇ ਨੂੰ ਭੇਜਿਆ ਜਾਂਦਾ ਸੀ ਕਿ ਜਾਓ ਭਾਈ ਰੱਬ ਦਾ ਨਾਮ ਜਪਾਓ, ਉਹ ਅਵਤਾਰ ਆਉਂਦੇ ਸਨ ਪਰ ਦੁਨੀਆ ਨੂੰ ਆਪਣੇ ਪਿੱਛੇ ਲਾ ਲਿਆ ਕਰਦੇ ਸਨ।
ਉਹ ਕਹਿੰਦੇ ਸਨ ਕਿ ਰੱਬ ਅਸੀਂ ਹੀ ਹਾਂ, ਸਾਡੀ ਹੀ ਪੂਜਾ ਕਰ ਦਿਓ, ਸਾਡੀ ਹੀ ਪੂਜਾ ਆਰੰਭ ਕਰ ਦਿਓ। ਸੋ ਸਤ ਸੰਗਤ ਜੀ, ਇਹ ਅਕਿਰਤ ਘਣਾ ਦਾ ਭਾਰ ਧਰਤੀ ਨੂੰ ਲੱਗਾ ਹੈ। ਜਦੋਂ ਭਾਰ ਧਰਤੀ ਨੂੰ ਲੱਗਾ ਹੈ ਤੇ ਫਿਰ ਗੁਰਮੁਖੋ ਤਰਲੇ ਲੈਂਦੀ ਤਰਲੇ ਉਸ ਅਕਾਲ ਪੁਰਖ ਪਰਮਾਤਮਾ ਦੇ, ਹੇ ਨਿਰੰਕਾਰ, ਹੇ ਅਕਾਲ ਪੁਰਖ, ਆਪ ਆ ਕਰਕੇ ਮੈਨੂੰ ਸਹਾਰਾ ਦੇ, ਨਹੀਂ ਤੇ ਮੈਂ ਡੁੱਬਣ ਲੱਗੀ, ਡੁੱਬਣ, ਨਹੀਂ ਤੇ ਮੈਂ ਡੁੱਬ ਚੱਲੀ ਹਾਂ, ਆਪ ਕਿਰਪਾ ਕਰਕੇ ਮੈਨੂੰ ਸਹਾਰਾ ਦੇ। ਤੇ ਗੁਰਮੁਖੋ ਇਹ ਪੁਕਾਰ ਕੀਤੀ, ਪੁਕਾਰ, ਇਹ ਤਰਲਾ ਲਿਆ ਧਰਤੀ ਨੇ, ਤੇ ਇਹ ਤਰਲਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਅੰਕਿਤ ਕੀਤਾ ਹੈ। ਆਪਾਂ ਪੜ੍ਹਦੇ ਹਾਂ ਗੁਰਬਾਣੀ ਦੇ ਅੰਦਰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਕਲ ਮਲ ਹੋਈ ਮੇਦਣੀ, ਅਰਦਾਸ ਕਰੀ ਲਿਵ ਲਾਏ, ਸੱਚੇ ਸੁਣਿਆ ਕੰਨ ਦੇ, ਧੀਰਕ ਦੇਵੇ ਸਹਿਜ ਸੁਭਾਏ। ਕਲ ਮਲ ਹੋਈ ਮੇਦਣੀ, ਧਰਤੀ ਨੇ ਕਿਹਾ, ਹੈ ਪ੍ਰਮਾਤਮਾ, ਮੇਰੇ ਉੱਤੇ ਪਾਪਾਂ ਦਾ ਭਾਰ ਵੱਧ ਚੁੱਕਾ ਹੈ, ਮੇਰੇ ਉੱਤੇ ਅਕਿਰਤ ਘਣਾ ਦਾ ਭਾਰ ਵੱਧ ਚੁੱਕਾ ਹੈ। ਜਿਨ੍ਹਾਂ ਨੂੰ ਤੂੰ ਧਰਮੀ ਬਣਾ ਕੇ ਭੇਜਿਆ ਉਹ ਅਧਰਮੀ ਹੋ ਚੁੱਕੇ ਹਨ, ਜਿਨ੍ਹਾਂ ਨੂੰ ਤੂੰ ਰਾਜਿਆਂ ਦਾ ਰੁਤਬਾ ਦਿੱਤਾ ਉਹ ਕਸਾਈ ਬਣ ਚੁੱਕੇ ਹਨ, ਜਿਨ੍ਹਾਂ ਨੂੰ ਤੂੰ ਕਿਹਾ ਕਿ ਭਾਈ ਜਾਓ ਜਾ ਕੇ ਸਹਾਇਤਾ ਕਰੋ ਉਹ ਤਾਂ ਗਰੀਬਾਂ ਦੇ ਹੱਕ ਖੋ ਖੋ ਕੇ ਖਾਂਦੇ ਹਨ। ਇਹੋ ਜਿਹੇ ਹਾਲਾਤ ਹੋ ਗਏ ਮੇਰੇ ਉੱਤੇ, ਕਰ ਕਿਰਪਾ ਮੇਰਾ ਸਹਾਰਾ ਬਣ। ਕਲ ਮਲ ਹੋਈ ਮੇਦਣੀ, ਅਰਦਾਸ ਕਰੀ ਲਿਵ ਲਾਏ, ਸੱਚੇ ਸੁਣਿਆ ਕੰਨ ਦੇ, ਧੀਰਕ ਦੇਵੇ ਸਹਿਜ ਸੁਭਾਏ। ਇਹ ਪਾਵਨ ਪਵਿੱਤਰ ਪੰਕਤੀਆਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਅੰਕਿਤ ਹਨ। ਸਤ ਸੰਗਤ ਜੀ, ਕਲਮਲ ਤੋਂ ਕੀ ਭਾਵ ਹੈ? ਕਲਮਲ ਤੋਂ ਭਾਵ ਹੈ ਗੁਰਮੁਖੋ ਪਾਪ ਵੱਧ ਚੁੱਕਾ ਹੈ। ਕਲਮਲ ਤੋਂ ਭਾਵ ਹੈ ਗੁਰਮੁਖੋ ਜਿਹੜੇ ਰਾਜੇ ਸੀ ਨਾ, ਰਾਜੇ ਹੋਏ ਕੁੱਤੇ ਮੋਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਬਾਣੀ 'ਚ ਦਰਜ ਕਰਦੇ ਹਨ ਕਿ ਗੁਰਮੁਖੋ ਉਹਨਾਂ ਨੇ ਤੇ ਪ੍ਰਜਾ ਦੀ ਰੱਖਿਆ ਕਰਨੀ ਸੀ, ਉਹਨਾਂ ਨੇ ਤੇ ਭਾਈ ਪ੍ਰਜਾ ਦੇ ਹਿੱਤ ਦੇ ਵਿੱਚ ਖਲੋਣਾ ਸੀ, ਪਰ ਉਹ ਆਪ ਹੀ ਪ੍ਰਜਾ ਨੂੰ ਲੁੱਟਣ ਲੱਗ ਪਏ, ਉਹ ਆਪ ਹੀ ਪ੍ਰਜਾ ਨੂੰ ਲੁੱਟਣ ਲੱਗ ਪਏ। ਇਹੋ ਜਿਹੇ ਰਾਜੇ ਹੋ ਗਏ। ਤੇ ਜਿਹੜੇ ਧਰਮੀ ਹਨ, ਧਰਮੀ ਜਿਨ੍ਹਾਂ ਨੇ ਧਰਮ ਦਾ ਮੁਖੌਟਾ ਪਾਇਆ ਹੈ, ਉਹ ਧਰਮ ਦੇ ਨਾਂ ਤੇ ਦੁਨੀਆ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਹੈ। ਸਤ ਸੰਗਤ ਜੀ, ਕਹਿ ਲਓ ਕਿ ਭਾਈ ਸਾਡੀਆਂ ਧੀਆਂ ਭੈਣਾਂ ਬਾਜ਼ਾਰਾਂ ਦੇ ਵਿੱਚ ਵਿਕਣੀਆਂ ਸ਼ੁਰੂ ਹੋ ਗਈਆਂ, ਐਲਕਾਰਾਂ ਨੇ ਮੁੱਲ ਪਾਉਣੇ ਸ਼ੁਰੂ ਕਰ ਦਿੱਤੇ, ਮੁੱਲ। ਤੇ ਗੁਰਮੁਖੋ ਫਿਰ ਇਹ ਵੱਧਦਾ ਹੋਇਆ ਪਾਪ, ਇਹ ਵਧਿਆ ਹੋਇਆ ਪਾਪ ਅਕਾਲ ਪੁਰਖ ਪਰਮਾਤਮਾ ਤੋਂ ਸਹਾਰਿਆ ਨਹੀਂ ਗਿਆ। ਇਸ ਕਰਕੇ ਅੱਜ ਦੇ ਦਿਨ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਆਪ ਅਕਾਲ ਪੁਰਖ ਪਰਮਾਤਮਾ ਗੁਰੂ ਨਾਨਕ ਦਾ ਰੂਪ ਧਾਰ ਕਰਕੇ ਇਸ ਮਾਤ ਲੋਕ ਉੱਤੇ ਆ ਗਏ। ਗੁਰਮੁਖੋ ਕੀ ਕਸੂਰ ਸੀ ਉਹਨਾਂ ਪਿਆਰਿਆਂ ਭਗਤਾਂ ਦਾ? ਕੇਵਲ ਰਾਮ ਰਾਮ ਹੀ ਕਹਿੰਦੇ ਸਨ ਨਾ। ਭਗਤ ਕਬੀਰ ਜੀ ਦਾ ਇਤਿਹਾਸ ਪੜੋ, ਕਿਤੇ ਬਾਹਰ ਨਾ ਜਾਇਓ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਤ ਸੰਗਤ ਜੀ ਸਮਝਾਇਆ ਆਪਾਂ ਨੂੰ ਕੀ ਕਸੂਰ ਸੀ। ਕੇਵਲ ਰਾਮ ਰਾਮ ਹੀ ਕਿਹਾ ਸੀ ਨਾ, ਸੰਗਲਾਂ ਦੇ ਨਾਲ ਬੰਨ ਕਰਕੇ। ਸਤ ਸੰਗਤ ਜੀ, ਕਦੀ ਪਾਣੀ 'ਚ ਸੁੱਟਿਆ ਜਾਂਦਾ ਹੈ, ਕਦੀ ਪਹਾੜਾਂ ਤੋਂ ਸੁੱਟਿਆ ਜਾਂਦਾ ਹੈ, ਕਦੀ ਹਾਥੀ ਦੇ ਅੱਗੇ ਸੁੱਟ ਦਿੱਤਾ ਜਾਂਦਾ ਹੈ। ਉਹ ਵੱਖਰੀ ਗੱਲ ਹੈ ਕਿ ਗੁਰਮੁਖੋ ਜਾਨਵਰਾਂ ਨੂੰ ਤੇ ਪਛਾਣ ਹੈ ਕਿ ਰੱਬ ਦਾ ਨਾਮ ਲੈਣ ਵਾਲੇ ਭਗਤ ਹਨ, ਪਰ ਬੰਦੇ ਨੇ ਬੰਦੇ ਦੀ ਪਛਾਣ ਨਹੀਂ ਕੀਤੀ। ਭਗਤ ਕਬੀਰ ਜੀ ਦੇ ਸਰਮੁਖ ਹਾਥੀ ਨੇ ਨਮਸਕਾਰ ਕਰ ਦਿੱਤੀ ਸੀ, ਪਰ ਗੁਰਮੁਖੋ ਕੀ ਕਸੂਰ ਸੀ ਨਾਮਦੇਵ ਜੀ ਦਾ? ਮੰਦਿਰ ਦੇ ਅੰਦਰ ਜਾ ਕਰਕੇ ਪ੍ਰਮਾਤਮਾ ਦੇ ਗੁਣੀ ਗਾਉਣੇ ਚਾਹੇ ਸਨ ਨਾ, ਮੰਦਿਰ ਦੇ ਅੰਦਰ ਜਾ ਕਰਕੇ ਰੱਬ ਦਾ ਨਾਮ ਹੀ ਲੈਣਾ ਚਾਹਿਆ ਸੀ ਨਾ। ਪਰ ਗੁਰਮੁਖੋ ਜਿਹੜੇ ਆਪਣੇ ਆਪ ਨੂੰ ਧਰਮੀ ਕਹਿੰਦੇ ਸਨ, ਉਹ ਨਾਮਦੇਵ ਜੀ ਨੂੰ ਕਹਿੰਦੇ, ਭਲਿਆ ਤੇਰੀ ਜਾਤ ਨੀਵੀਂ ਹੈ, ਤੂੰ ਨੀਵੀਂ ਜਾਤ ਦਾ, ਤੂੰ ਰੱਬ ਦਾ ਨਾਂ ਨਹੀਂ ਲੈ ਸਕਦਾ, ਤੂੰ ਨੀਵੀਂ ਜਾਤ ਦਾ, ਤੂੰ ਪਰਮਾਤਮਾ ਦਾ ਨਾਂ ਨਹੀਂ ਲੈ ਸਕਦਾ। ਧੱਕੇ ਮਾਰ ਕੇ ਮੰਦਿਰ ਚੋਂ ਬਾਹਰ ਕੱਢ ਦਿੱਤਾ। ਗੁਰਮੁਖੋ ਅਕਾਲ ਪੁਰਖ ਪਰਮਾਤਮਾ ਨੇ ਪੱਤ ਰੱਖੀ, ਉਸ ਮੰਦਿਰ ਦਾ ਮੂੰਹ ਹੀ ਘੁਮਾ ਦਿੱਤਾ। ਅੱਜ ਵੀ ਘੁੰਮਿਆ ਜੇ, ਅੱਜ ਤੱਕ ਘੁੰਮਿਆ ਜੇ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਖ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਸਤ ਸੰਗਤ ਜੀ, ਇਹ ਕਿਰਪਾ ਹੋਈ, ਨਾਮ ਦਿਓ ਮੁਖ ਲਾਇਆ। ਸਤ ਸੰਗਤ ਜੀ, ਹੰਕਾਰੀਆਂ ਨਿੰਦਕਾਂ ਨੂੰ ਪਿੱਠ ਦੇ ਦਿੱਤੀ। ਗੁਰਮੁਖੋ ਆਪ ਪੈਜ ਰੱਖੀ ਹੈ ਅਕਾਲ ਪੁਰਖ ਪਰਮਾਤਮਾ ਨੇ। ਤੇ ਹੁਣ ਵੀ ਇਸੇ ਤਰ੍ਹਾਂ ਹੀ ਹੋ ਰਿਹਾ ਸੀ। ਜਿਹੜੇ ਰੱਬ ਦਾ ਨਾਮ ਲੈਂਦੇ ਸਨ ਨਾ, ਗੁਰਮੁਖੋ ਕਿਹਾ ਜਾਂਦਾ ਸੀ ਤੁਹਾਡੀ ਜਾਤ ਨੀਵੀਂ ਹੈ, ਨੀਵੀਂ, ਤੁਸੀਂ ਨਹੀਂ ਰੱਬ ਦਾ ਨਾਮ ਲੈ ਸਕਦੇ।
ਰੱਬ ਤੇ ਕੇਵਲ ਇੱਕ ਜਾਤ ਦਾ ਹੈ। ਜਿਹੜੇ ਸੁਣ ਲੈਂਦੇ ਸਨ ਉਹਨਾਂ ਨੂੰ ਕਿਹਾ ਜਾਂਦਾ ਸੀ ਭਾਈ ਤੁਸੀਂ ਸੁਣ ਨਹੀਂ ਸਕਦੇ, ਕੇਵਲ ਇੱਕ ਜਾਤ ਵਾਲੇ ਹੀ ਸੁਣ ਸਕਦੇ ਹਨ। ਰੱਬ ਨੂੰ ਤੇ ਗੁਲਾਮ ਬਣਾ ਕਰਕੇ ਰੱਖਿਆ ਸੀ, ਗੁਲਾਮ। ਇਹੋ ਜਿਹੇ ਹਾਲਾਤ ਅਕਾਲ ਪੁਰਖ ਪਰਮਾਤਮਾ ਦੇ ਪਾਸੋਂ ਸਤ ਸੰਗਤ ਜੀ ਸਹਾਰੇ ਨਹੀਂ ਗਏ। ਇਸ ਕਰਕੇ ਆਪ ਨਾਰਾਇਣ ਕਲਾ ਥਾਰ ਜਗ ਮਹਿ ਪਰਵਰਿਓ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਮਾਤ ਲੋਕ ਉੱਤੇ ਆਏ, ਮਾਤ ਲੋਕ ਉੱਤੇ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਤ ਸੰਗਤ ਜੀ ਤਲਵੰਡੀ ਨੂੰ ਭਾਗ ਲੱਗੇ ਹਨ। ਤਲਵੰਡੀ ਨੂੰ ਉਹ ਭਾਗਾਂ ਭਰੀ ਤਲਵੰਡੀ ਕਿੰਨੇ ਪੁੱਛਣਾ ਸੀ ਭਾਈ, ਕਿੰਨੇ ਯਾਦ ਕਰਨਾ ਸੀ ਉਸ ਭਾਗਾਂ ਭਰੀ ਤਲਵੰਡੀ ਨੂੰ, ਜਿਹਨੂੰ ਅੱਜ ਆਪਾਂ ਸ੍ਰੀ ਨਨਕਾਣਾ ਸਾਹਿਬ ਜੀ ਦੇ ਨਾਮ ਦੇ ਨਾਲ ਸਿਰ ਝੁਕਾਉਂਦੇ ਹਾਂ। ਜੇ ਭਾਗ ਲਾਏ ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾ, ਜਿੱਥੇ ਸਤਿਗੁਰਾਂ ਜੀ ਦੇ ਚਰਨ ਪੈ ਗਏ ਗੁਰਮੁਖੋ ਉੱਥੇ ਸੋਭਾ, ਉੱਥੇ ਵਡਿਆਈ ਅਕਾਲ ਪੁਰਖ ਪਰਮਾਤਮਾ ਦੀ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਈ ਗੁਰਮੁਖੋ, ਪ੍ਰਗਟ ਹੋਏ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ। ਸਤ ਸੰਗਤ ਜੀ ਆਰੰਭ 'ਚ ਬੇਨਤੀ ਕਰ ਦਈਏ ਤੇ ਅਖੀਰ ਤੇ ਫਿਰ ਕਰਾਂਗੇ, ਕਿਤੇ ਭੁਲੇਖੇ 'ਚ ਨਾ ਰਹਿ ਜਾਇਓ ਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਸਾਡੇ ਤੋਂ ਦੂਰ ਚਲੇ ਗਏ ਹਨ। ਮਤਾ ਕਿਤੇ ਇਹ ਸੋਚਿਓ ਕਿ ਅਸੀਂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਨਹੀਂ ਕਰ ਸਕਦੇ। ਮਤਾ ਕਿਤੇ ਮਨ ਦੇ ਵਿੱਚ ਵਿਚਾਰ ਲੈ ਆਇਓ ਕਿ ਅਸੀਂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਬਚਨ ਨਹੀਂ ਕਰ ਸਕਦੇ। ਕਿਉਂ ਨਹੀਂ ਕਰ ਸਕਦੇ ਭਾਈ? ਅੱਜ ਵੀ ਕਰ ਸਕਦੇ ਹਾਂ। ਹੁਣੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰਸ਼ਨ ਕਰੋ, ਹੁਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਬਚਨ ਕਰੋ। ਕਰਨ ਵਾਲਾ ਤੇ ਬਣ ਗੁਰੂ ਦਿਆ ਸਿੱਖਾ, ਬਚਨ ਸੁਣਨ ਵਾਲਾ ਤੇ ਬਣ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਲਵੰਡੀ ਨੂੰ ਭਾਗ ਲਾਏ। ਸਤ ਸੰਗਤ ਜੀ ਬਿਕਰਮੀ ਸੰਮਤ 1526 ਸਤ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਧੰਨ ਹੈ ਉਹ ਮਾਂ। ਕਿਉਂ ਧੰਨ ਹੈ? ਕਿਉਂਕਿ ਜਿਹਨੂੰ ਅਕਾਲ ਪੁਰਖ ਪਰਮਾਤਮਾ ਨੇ ਚੁਣ ਲਿਆ ਕਿ ਇਹਨੂੰ ਮੈਂ ਰੱਬ ਦੀ ਮਾਂ ਬਣਾਉਣਾ ਹੈ। ਮਾਤਾ ਤ੍ਰਿਪਤਾ ਜੀ ਧੰਨ ਹੈ ਉਹ ਮਾਂ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਉਹ ਕੁਲ ਧੰਨ ਹੈ, ਉਹ ਪਿਤਾ ਧੰਨ ਹੈ, ਉਹ ਮਾਂ ਧੰਨ ਹੈ। ਸਤ ਸੰਗਤ ਜੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਸਮਝਾਉਂਦੇ ਹਨ ਕਿ ਗੁਰਮੁਖੋ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਗਮਨ ਤੋਂ ਪਹਿਲਾਂ ਗੁਰਮੁਖੋ ਤਲਵੰਡੀ ਦਾ ਵਾਤਾਵਰਨ ਬੜਾ ਹੀ ਰੂਹਾਨਮਈ ਹੋ ਗਿਆ ਸੀ, ਬੜਾ ਹੀ ਅਚਰਜ ਜਿਹਾ ਹੋ ਗਿਆ ਸੀ ਗੁਰਮੁਖੋ। ਸਤ ਸੰਗਤ ਜੀ ਬੱਦਲ ਆਉਂਦੇ ਸਨ, ਆ ਕਰਕੇ ਵਰਖਾ ਕਰਕੇ ਚਲੇ ਜਾਂਦੇ ਸਨ। ਜਿਵੇਂ ਗੁਰਮੁਖੋ ਕਿਸੇ ਮਹਾਰਾਜੇ ਨੇ ਆਉਣਾ ਹੋਵੇ ਤੇ ਉਹਦੇ ਆਉਣ ਤੋਂ ਪਹਿਲਾਂ ਸਤ ਸੰਗਤ ਜੀ ਆਪਾਂ ਸਫਾਈ ਕਰਦੇ ਹਾਂ। ਇਸੇ ਤਰ੍ਹਾਂ ਵਰਖਾ ਹੁੰਦੀ ਹੈ। ਉਹ ਤਲਵੰਡੀ ਨੂੰ ਧੋਤਾ ਹੈ ਆਪ ਰੱਬ ਨੇ, ਕਿਉਂਕਿ ਰੱਬ ਨੇ ਆਉਣਾ ਹੈ। ਸਤ ਸੰਗਤ ਜੀ ਜਿਹੜੇ ਗਹਿਣੇ ਮਾਤਾ ਤ੍ਰਿਪਤਾ ਜੀ ਨੇ ਪਾਏ ਸਨ, ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਭਾਈ 2 ਮਹੀਨੇ ਪਹਿਲਾਂ ਹੀ ਉਹ ਗਹਿਣੇ ਉਤਾਰ ਦਿੱਤੇ ਸਨ। ਕੀ ਕਾਰਨ ਸੀ? ਕਿਉਂਕਿ ਗੁਰਮੁਖੋ ਰੱਬ ਦੀ ਜੋਤ ਦਾ ਵਾਸਾ ਹੈ। ਧੰਨ ਮਾਤਾ ਤ੍ਰਿਪਤਾ ਦੇ ਹਿਰਦੇ ਦੇ ਵਿੱਚ ਪ੍ਰਗਟ ਹੋਣਾ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਤੇ ਹੁਣ ਬਾਹਰੀ ਸੁੰਦਰਤਾ ਦੀ ਲੋੜ ਨਹੀਂ, ਅੰਦਰੋਂ ਹੀ ਸੁੰਦਰ ਹੋ ਗਏ ਹਨ। ਬਾਹਰੀ ਤ੍ਰਿਪਤਾ ਦੀ ਲੋੜ ਨਹੀਂ, ਅੰਦਰੋਂ ਹੀ ਤ੍ਰਿਪਤ ਹੋ ਗਏ ਹਨ। ਗੁਰਮੁਖੋ ਉਹਨਾਂ ਦਾ ਸਵਰੂਪ, ਮੈਂ ਸਵਰੂਪ ਸ਼ਬਦ ਵਰਤਿਆ, ਰੂਪ ਨਹੀਂ ਵਰਤਿਆ। ਰੂਪ ਜਿਹੜਾ ਹੈ ਗੁਰਮੁਖੋ ਉਹਦੇ ਹੋਰ ਅਰਥ ਹਨ, ਸਵਰੂਪ ਦੇ ਹੋਰ ਅਰਥ ਹਨ। ਸਵਰੂਪ ਨੂੰ ਦੇਖ ਕਰਕੇ ਸਤ ਸੰਗਤ ਜੀ ਮਨ ਬਿਸਮਾਦ ਦੇ ਵਿੱਚ ਚਲਿਆ ਜਾਂਦਾ ਹੈ। ਇਹ ਸਵਰੂਪ ਕੀ ਹੁੰਦਾ ਹੈ ਗੁਰਮੁਖੋ? ਗੁਰਮੁਖੋ ਆਪਾਂ ਆਮ ਆ ਸੋਸ਼ਲ ਮੀਡੀਆ ਤੇ ਇੱਕ ਤਸਵੀਰ, ਇੱਕ ਪਿਕਚਰ ਦੇਖਦੇ ਹਾਂ। ਉਹ ਧੰਨ ਹੈ ਉਹ ਮਾਂ। ਪਤਾ ਕੀ ਲਿਖਿਆ ਹੁੰਦਾ ਹੈ ਕਿ ਇਹ ਜਿਹੜੀ ਮਾਂ ਆ ਨਾ, ਇਹ ਗੁਰਮੁਖੋ ਇੱਕੋ ਹੀ ਚੌਂਕੜੇ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦਾ ਪੂਰਾ ਜਾਪ ਕਰ ਲੈਂਦੀ ਹੈ। ਇੱਕੋ ਹੀ ਚੌਂਕੜੇ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਲੈਂਦੀ ਹੈ। ਤੇ ਕਿਤੇ ਉਹਨੂੰ ਵੇਖਿਓ ਮਨ ਦਗ-ਦਗ ਹੋ ਜਾਂਦਾ ਜੇ, ਉਹਦੇ ਦਰਸ਼ਨ ਕੀਤੇ ਹੀ ਮਨ ਦਗ-ਦਗ ਹੋ ਜਾਂਦਾ। ਇਹ ਸਵਰੂਪ ਹੋਇਆ ਕਰਦਾ ਹੈ, ਇਹ ਬਰਕਤ ਹੋਇਆ ਕਰਦੀ ਨਾਮ ਦੀ, ਇਹ ਅਜ਼ਮਤ ਹੁੰਦੀ ਆ ਨਾਮ ਦੀ। ਸਤਿਗੁਰਾਂ ਜੀ ਦੇ ਆਗਮਨ ਤੋਂ ਪਹਿਲਾਂ ਸਤ ਸੰਗਤ ਜੀ ਜਿਹੜੇ ਪੌਦੇ ਸਨ, ਕਹਿ ਲਓ ਕਿ
ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਪਸ਼ੂਆਂ ਨੇ ਵੀ ਆਪਣੇ ਸੁਭਾਅ ਬਦਲ ਲਏ ਸਨ। ਸਤ ਸੰਗਤ ਜੀ, ਪਸ਼ੂਆਂ ਨੇ ਵੀ ਆਪਣੇ ਸੁਭਾਅ ਬਦਲ ਲਏ ਸਨ। ਜਿਹੜੇ ਫੁੱਲ ਫਲ ਆਦਿਕ ਹਨ, ਇਹਨਾਂ ਚੋਂ ਵੱਖਰੀ ਮਹਿਕ ਤੇ ਵੱਖਰਾ ਹੀ ਸਵਾਦ ਆਉਂਦਾ ਹੈ, ਕਿਉਂਕਿ ਉਸ ਤਲਵੰਡੀ ਨੂੰ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਗ ਲਾਉਣੇ ਹਨ। ਭਾਗ ਗੁਰਮੁਖੋ, ਮਾਤਾ ਤ੍ਰਿਪਤਾ ਜੀ ਤੇ ਧੰਨ ਪਿਤਾ ਭਾਈ ਕਲਿਆਣ ਦਾਸ ਜੀ, ਸਤ ਸੰਗਤ ਜੀ, ਤੇ ਉਹ ਕੁਲ ਬੇਦੀਆਂ ਦੀ ਧਨ ਹੈ। ਧੰਨ ਧੰਨ ਕੁਲ, ਧੰਨ ਧੰਨ ਪਿਤਾ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਗੁਰਮੁਖੋ, ਦਾਈ ਦੌਲਤਾਂ ਮਹਿਤਾ ਕਲਿਆਣ ਦਾਸ ਜੀ ਤੇ ਘਰ ਆਉਂਦੀ ਹੈ ਸਤਿਗੁਰਾਂ ਜੀ ਦੇ ਆਗਮਨ ਪੁਰਬ ਤੋਂ ਪਹਿਲਾਂ, ਕਿਉਂਕਿ ਜਿਹੜੀਆਂ ਦਾਈਆਂ ਹੁੰਦੀਆਂ ਸਨ ਨਾ, ਇਹਨਾਂ ਨੂੰ ਪਹਿਲਾਂ ਹੀ ਖਬਰ ਹੋ ਜਾਇਆ ਕਰਦੀ ਸੀ ਕਿ ਕਿਹਦੇ ਘਰ ਪੁੱਤਰ ਨੇ, ਧੀ ਨੇ ਪੈਦਾ ਹੋਣਾ ਹੈ। ਸਤ ਸੰਗਤ ਜੀ, ਇਹ ਉਸ ਵਕਤ ਦਾ ਇੰਤਜ਼ਾਰ ਕਰਿਆ ਕਰਦੀਆਂ ਸਨ, ਕਿਉਂਕਿ ਇਹਨਾਂ ਦੀ ਰੋਜੀ ਰੋਟੀ ਇਸੇ ਕਿੱਤੇ ਤੋਂ ਚੱਲਿਆ ਕਰਦੀ ਸੀ। ਇਹਨਾਂ ਦੀ ਰੋਜੀ ਰੋਟੀ ਇਸੇ ਕਿੱਤੇ ਤੋਂ ਚੱਲਿਆ ਕਰਦੀ ਸੀ। ਗੁਰਮੁਖੋ, ਢਿੱਡ ਦੇ ਖਾਤਰ ਬੜਾ ਔਖਾ ਜੇ, ਬੜਾ ਔਖਾ ਜੇ, ਪਰ ਢਿੱਡ ਕਰਾਉਂਦਾ ਹੈ। ਇਸ ਮਾਂ ਦੌਲਤਾਂ ਮਾਂ ਕਹਿ ਲਓ, ਕਿਉਂਕਿ ਗੁਰਮੁਖੋ ਭਾਗਾਂ ਵਾਲੀ ਹੈ। ਇਸ ਦੌਲਤਾਂ ਦਾਈ ਨੇ ਆ ਕਰਕੇ ਮਹਿਤਾ ਕਲਿਆਣ ਦਾਸ ਜੀ ਤੇ ਘਰ ਤਰਲਾ ਲਿਆ। ਪਤਾ ਕੀ ਤਰਲਾ ਲੈਂਦੀ ਹੈ? ਕਹਿੰਦੀ, ਮਹਿਤਾ ਪਰਮਾਤਮਾ ਸ਼ੁਕਰ ਕਰੇ ਤੈਨੂੰ ਪੁੱਤਰ ਦੀ ਦਾਤ ਮਿਲ ਜਾਵੇ, ਪੁੱਤਰ ਦੀ, ਕਿਉਂਕਿ 5 ਵਰੇ ਬੀਤ ਚੁੱਕੇ ਸਨ। ਧੰਨ ਧੰਨ ਬੇਬੇ ਨਾਨਕੀ ਜੀ, ਤੂੰ ਉਪਰੰਤ 5 ਵਰਿਆਂ ਦੇ ਬਾਅਦ ਸਤ ਸੰਗਤ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਹੈ। ਉਸ ਦੌਲਤਾਂ ਦਾਈ ਨੇ ਆ ਕਰਕੇ ਬੇਨਤੀ ਕੀਤੀ, ਮਹਿਤਾ ਮੈਂ ਗਰੀਬਣੀ ਹਾਂ, ਗਰੀਬਣੀ, ਮੇਰੇ ਘਰ ਦੇ ਵਿੱਚ ਦਾਣੇ ਮੁੱਕ ਚੁੱਕੇ ਹਨ, ਦਾਣੇ ਨਹੀਂ ਹਨ, ਮੇਰੇ ਕੋਲ ਚੰਗੇ ਵਸਤਰ ਨਹੀਂ ਹਨ, ਮੇਰੇ ਧੀਆਂ ਪੁੱਤਰਾਂ ਕੋਲ ਚੰਗੇ ਵਸਤਰ ਨਹੀਂ। ਏਦਾਂ ਕਰੀ, ਜੇ ਪੁੱਤਰ ਦੀ ਦਾਤ ਮਿਲ ਗਈ, ਜੇ ਕਿਰਪਾ ਹੋਈ ਅਕਾਲ ਪੁਰਖ ਪਰਮਾਤਮਾ ਦੀ, ਤੇ ਦਾਣਿਆਂ ਦਾ, ਮਾਇਆ ਦਾ ਤੇ ਵਸਤਰਾਂ ਦਾ ਪ੍ਰਬੰਧ ਜ਼ਰੂਰ ਕਰ ਛੱਡੀ। ਮੇਰੀਆਂ ਝੋਲੀਆਂ ਭਰੀ ਝੋਲੀਆਂ, ਕਿਉਂਕਿ ਰੱਬ ਦਾ ਦਿੱਤਾ ਹੋਇਆ ਤੇਰੇ ਕੁਝ ਬੜਾ ਕੁਝ ਹੈ। ਇਹ ਬਚਨ ਦਾਈ ਦੌਲਤਾਂ ਨੇ ਪਹਿਲਾਂ ਹੀ ਭਾਈ ਮਹਿਤਾ ਕਲਿਆਣ ਦਾਸ ਜੀ ਦੇ ਨਾਲ ਕਰ ਦਿੱਤੇ ਸਨ। ਉਸ ਤੋਂ ਉਪਰੰਤ ਸਤ ਸੰਗਤ ਜੀ, ਉਹ ਭਾਗਾਂ ਵਾਲਾ, ਉਹ ਸੁਭਾਗਾ ਸਮਾਂ ਆਇਆ ਹੈ। ਉਹ ਸੁਭਾਗਾ ਸਮਾਂ, ਜਿਸ ਸਮੇਂ ਦੇ ਅੰਦਰ ਅਕਾਲ ਪੁਰਖ ਪਰਮਾਤਮਾ ਇਸ ਧਰਤੀ ਤੇ ਪ੍ਰਗਟ ਹੋਏ ਹਨ। ਉਹ ਸਮਾਂ ਸਤ ਸੰਗਤ ਜੀ ਅੰਮ੍ਰਿਤ ਵੇਲੇ ਦਾ ਜੇ, ਅੰਮ੍ਰਿਤ ਵੇਲੇ ਦਾ। ਆ ਕਈ ਵੀਰ ਕਹਿ ਦਿੰਦੇ ਆ ਨਾ ਕਿ ਭਾਈ ਜਦੋਂ ਬਾਣੀ ਚੇਤੇ ਆ ਗਈ ਉਦੋਂ ਹੀ ਅੰਮ੍ਰਿਤ ਵੇਲਾ ਹੈ, ਜਦੋਂ ਨਾਮ ਜਪੋਗੇ ਉਦੋਂ ਹੀ ਅੰਮ੍ਰਿਤ ਵੇਲਾ। ਬਿਲਕੁਲ ਸਹੀ ਹੈ, ਗਲਤ ਗੱਲ ਨਹੀਂ। ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ, ਪਰ ਗੁਰਮੁਖੋ ਜਰਾ ਧਿਆਨ ਦਿਓ। ਜੇ ਕਹਿ ਦਿੱਤਾ ਉਹੀ ਅੰਮ੍ਰਿਤ ਵੇਲਾ ਤੇ ਅਸੀਂ ਆਲਸੀ ਹੋ ਗਏ, ਅਸੀਂ ਅੰਮ੍ਰਿਤ ਵੇਲੇ ਉੱਠੇ ਹੀ ਨਾ, ਤੇ ਫਿਰ ਕੀ ਕਰੋਗੇ? ਜੇ ਕਹਿ ਦਿੱਤਾ ਕਿ ਭਾਈ ਜਦੋਂ ਰੱਬ ਦਾ ਨਾਮ ਚੇਤੇ ਆ ਗਿਆ ਉਹੀ ਅੰਮ੍ਰਿਤ ਵੇਲਾ ਹੈ, ਤੇ ਗੁਰਮੁਖੋ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਹੀ ਨਾ ਕੀਤਾ, ਗੁਰੂ ਘਰ ਹੀ ਨਾ ਆਏ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੀ ਨਾ ਕੀਤੇ, ਤੇ ਫਿਰ ਕੀ ਕਰੋਗੇ ਭਾਈ? ਇਸ ਕਰਕੇ ਗੁਰਮੁਖੋ ਅੰਮ੍ਰਿਤ ਵੇਲੇ ਦੀ ਮਹਾਨਤਾ ਬਹੁਤ ਹੈ। ਅੰਮ੍ਰਿਤ ਵੇਲਾ ਉਹ ਵੇਲਾ ਜਿਹੜਾ ਸੂਰਜ ਚੜ੍ਹਨ ਤੋਂ ਪਹਿਲਾਂ ਹੋਇਆ ਕਰਦਾ ਹੈ। ਅੰਮ੍ਰਿਤ ਵੇਲਾ ਜਿਹਨੂੰ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਭਾਤ ਦਾ ਨਾਮ ਦਿੱਤਾ ਹੈ। ਪ੍ਰਭਾਤ ਦਾ, ਪ੍ਰਭਾਤ ਵੇਲਾ ਸਤ ਸੰਗਤ ਜੀ ਅੰਮ੍ਰਿਤ ਵੇਲਾ ਹੈ। ਅੰਮ੍ਰਿਤ ਵੇਲੇ ਦੀ ਬੜੀ ਮਹਾਨਤਾ ਜੇ, ਬੜੀ ਜ਼ਿਆਦੀ ਮਹਾਨਤਾ ਜੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਮਝਾਉਂਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਭਲਿਆ ਪ੍ਰਭਾਤ ਵੇਲੇ ਉੱਠ ਕੇ ਇਸ਼ਨਾਨ ਕਰਿਆ ਕਰ, ਪ੍ਰਭਾਤ ਵੇਲੇ ਉੱਠ ਕੇ ਅਕਾਲ ਪੁਰਖ ਪਰਮਾਤਮਾ ਦੀ ਯਾਦ ਜੁੜਿਆ ਕਰ। ਸਤਿਗੁਰੂ ਜੀ ਕੀ ਹੋਵੇਗਾ? ਉੱਠ ਪ੍ਰਭਾਤੇ ਇਸ਼ਨਾਨ ਕਰਨ ਦੇ ਨਾਲ ਕੀ ਹੋਵੇਗਾ? ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਬਿਖੜੇ ਦਾਉ ਨੰਗਾਏ ਮੇਰਾ ਸਤਿਗੁਰ, ਸੁਖ ਸਹਿਜ ਛੇਤੀ ਕਰ ਜਾਤੇ। ਗੁਰਮੁਖਾ ਤੇਰੇ ਬਿਖੜੇ ਦਾਉ, ਤੇਰਾ ਔਖਾ ਸਮਾਂ ਸਤਿਗੁਰੂ ਜੀ ਆਪੇ ਹੀ ਸੰਭਾਲ ਲੈਣਗੇ, ਬਸ ਅੰਮ੍ਰਿਤ ਵੇਲੇ ਉੱਠਿਆ ਕਰ। ਸਤ ਸੰਗਤ ਜੀ, ਜੇ ਅਕਾਲ ਪੁਰਖ ਪਰਮਾਤਮਾ ਇਸ ਮਾਤ ਲੋਕ ਉੱਤੇ ਪ੍ਰਗਟ ਹੋਏ ਤੇ ਉਹ ਵੇਲਾ ਹੀ ਅੰਮ੍ਰਿਤ ਵੇਲੇ ਦਾ ਜੇ, ਉਹ ਮੇਲ ਵੇਲਾ ਅੰਮ੍ਰਿਤ ਵੇਲੇ ਦਾ ਜੇ। ਵਿਦਵਾਨ ਵੀਰ ਲਿਖਦੇ ਹਨ ਕਿ ਗੁਰਮੁਖੋ ਕਰੀਬ 1:25 ਮਿੰਟ ਦਾ ਸਮਾਂ ਸੀ।
ਅੰਮ੍ਰਿਤ ਵੇਲੇ ਦਾ ਸਮਾਂ, ਜਦੋਂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਹੈ। ਸਤ ਸੰਗਤ ਜੀ, ਜਦੋਂ ਪ੍ਰਕਾਸ਼ ਹੋਇਆ ਨਾ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿੱਥੇ ਪ੍ਰਕਾਸ਼ ਹੋਇਆ ਉੱਥੇ 8 ਦੀਵੇ ਜਗਦੇ ਸਨ। 8 ਜਦੋਂ ਪ੍ਰਕਾਸ਼ ਹੋਇਆ ਉਹਨਾਂ ਦੀਵਿਆਂ ਦੀ ਲੋ ਮੱਧਮ ਪੈ ਗਈ ਤੇ ਗੁਰਮੁਖੋ ਜਿੱਥੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਏ ਉੱਥੇ ਰੂਹਾਨੀ ਪ੍ਰਕਾਸ਼ ਹੋ ਗਿਆ। ਰੂਹਾਨੀ ਉਹ ਦੀਵਿਆਂ ਦੀ ਲੋ ਮੱਧਮ ਪੈ ਗਈ, ਇਹੋ ਜਿਹਾ ਦ੍ਰਿਸ਼ ਸੀ। ਤੇ ਸਤ ਸੰਗਤ ਜੀ, ਦਰਸ਼ਨ ਕਰਦਿਆਂ ਸਾਰੇ ਦਾਈ ਦੌਲਤਾਂ ਅਚਰਜ ਦੇ ਵਿੱਚ ਆ ਜਾਂਦੀ ਹੈ। ਅਚਰਜ ਦੇ ਵਿੱਚ, ਅਚਰਜ ਦੇ ਵਿੱਚ ਆਉਂਦੀ ਹੈ ਗੁਰਮੁਖੋ। ਦਰਸ਼ਨ ਕਰਦਿਆਂ ਸਾਰ, ਸਪਰਸ਼ ਕਰਦਿਆਂ ਸਾਰ ਅਚਰਜ ਦੇ ਵਿੱਚ ਚਲੇ ਜਾਂਦੀ ਹੈ, ਬਿਸਮਾਦ ਹੋ ਜਾਂਦੀ ਹੈ। ਗੁਰਮੁਖੋ ਜਦੋਂ ਆ ਕਰਕੇ ਮਹਿਤਾ ਕਲਿਆਣ ਦਾਸ ਜੀ ਨੂੰ ਖਬਰ ਦਿੱਤੀ ਨਾ, ਖਬਰ ਕਿ ਮਹਿਤਾ ਵਧਾਈ ਹੋਵੇ, ਵਧਾਈ। ਪਰ ਗੁਰਮੁਖੋ ਦਾਈ ਦੌਲਤਾਂ ਦਾ ਜਿਹੜਾ ਚਿਹਰਾ ਸੀ ਨਾ, ਉਹਦਾ ਨੂਰ ਹੀ ਵੱਖਰਾ ਸੀ। ਅੱਜ ਦਾਈ ਦੌਲਤਾਂ ਦਾ ਜਿਹੜਾ ਚਿਹਰਾ ਸੀ ਉਹਦਾ ਨੂਰ ਹੀ ਵੱਖਰਾ ਸੀ, ਉਹਦੇ ਹਿਰਦੇ ਦਾ ਟਿਕਾ ਹੀ ਵੱਖਰਾ ਸੀ। ਵਧਾਈ ਤਾਂ ਦੇ ਦਿੱਤੀ ਪਰ ਝੋਲੀ ਨਹੀਂ ਅੱਡੀ, ਵਧਾਈ ਤਾਂ ਦੇ ਦਿੱਤੀ ਪਰ ਝੋਲੀ ਨਹੀਂ ਅੱਡੀ। ਜਿਹੜੀ ਦਾਈ ਦੌਲਤਾਂ ਕਹਿੰਦੀ ਸੀ ਨਾ, ਮਹਿਤਾ ਕਰੀ ਕਿਰਪਾ, ਜੇ ਅਕਾਲ ਪੁਰਖ ਪਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਤੇ ਮੈਨੂੰ ਗਰੀਬਣੀ ਨੂੰ ਦਾਣੇ ਦੇ ਦਈ, ਦਾਣੇ, ਮੈਨੂੰ ਗਰੀਬਣੀ ਨੂੰ ਵਸਤਰ ਦੇ ਦਈ, ਮੈਨੂੰ ਗਰੀਬਣੀ ਨੂੰ ਮਾਇਆ ਦੇ ਦਈ। ਉਸ ਦਾਈ ਦੌਲਤਾਂ ਨੇ ਅੱਜ ਝੋਲੀ ਨਹੀਂ ਅੱਡੀ, ਝੋਲੀ ਨਹੀਂ ਅੱਡੀ ਗੁਰਮੁਖੋ। ਮਹਿਤਾ ਕਲਿਆਣ ਦਾਸ ਜੀ ਕਹਿੰਦੇ, ਦੌਲਤਾਂ ਝੋਲੀ ਕਰ, ਆ ਥਾਲ ਭਰਿਆ ਮੋਤੀਆਂ ਦਾ, ਆ ਥਾਲ ਭਰਿਆ ਮਾਇਆ ਦਾ, ਲਿਆ ਤੇਰੀ ਝੋਲੀ ਦੇ ਵਿੱਚ ਪਾਈਏ। ਸਤ ਸੰਗਤ ਜੀ, ਦਾਈ ਦੌਲਤਾਂ ਨੇ ਝੋਲੀ ਨਹੀਂ ਅੱਡੀ। ਕਹਿੰਦੀ ਮਹਿਤਾ ਰਹਿਣ ਦੇ, ਸੋਚਦਾ ਸ਼ਾਇਦ ਘੱਟ ਹਨ ਤਾਂ ਨਹੀਂ ਲੈਂਦੀ। ਕਹਿੰਦੇ ਹੋਰ ਦੇ ਦੇਨੇ ਹਾਂ, ਆ ਤਾਂ ਲੈ। ਕਹਿੰਦੀ ਨਹੀਂ ਮਹਿਤਾ, ਤੇਰੇ ਪੁੱਤਰ ਦੇ ਦਰਸ਼ਨਾਂ ਨੇ ਅੱਜ ਮੈਨੂੰ ਸੱਚਮੁੱਚ ਹੀ ਦੌਲਤਾਂ ਬਣਾ ਦਿੱਤਾ ਹੈ। ਮੈਂ ਨਾਂ ਦੀ ਦੌਲਤਾਂ ਸਾਂ, ਮੇਰੇ ਮਾਤਾ ਪਿਤਾ ਨੇ ਮੇਰਾ ਨਾਂ ਦੌਲਤਾਂ ਰੱਖਿਆ ਸੀ, ਪਰ ਕਦੀ ਮੈਂ ਦੌਲਤ ਵੇਖੀ ਨਹੀਂ, ਮੈਂ ਦੌਲਤ ਕਦੀ ਵੇਖੀ ਨਹੀਂ। ਜ਼ਿੰਦਗੀ ਮੈਂ ਗਰੀਬੀ ਚ ਹੰਡਾਈ ਹੈ, ਪਰ ਅੱਜ ਤੇਰੇ ਪੁੱਤਰ ਦੇ ਦਰਸ਼ਨਾਂ ਨੇ ਮੈਨੂੰ ਸੱਚਮੁੱਚ ਦੀ ਦੌਲਤਾਂ ਬਣਾ ਦਿੱਤਾ ਹੈ। ਮੈਨੂੰ ਤ੍ਰਿਪਤੀ ਦੇ ਦਿੱਤੀ ਹੈ, ਮੈਨੂੰ ਸੰਤੋਖ ਦੇ ਦਿੱਤਾ ਹੈ। ਮੇਰੇ ਅੰਦਰ ਦੀ ਭੁੱਖ ਹੀ ਮਿਟ ਗਈ, ਮੇਰੇ ਅੰਦਰ ਦੀ ਭੁੱਖ ਹੀ ਮਿਟ ਗਈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਮੇਰੀਆਂ ਸਾਰੀਆਂ ਭੁੱਖਾਂ ਦੂਰ ਹੋ ਗਈਆਂ। ਇਹ ਬੇਨਤੀ ਦਾਈ ਦੌਲਤਾਂ ਨੇ ਕੀਤੀ। ਗੁਰਮੁਖੋ, ਆਪਾਂ ਇਤਿਹਾਸ ਵੀ ਵਾਚਦੇ ਹਾਂ, ਨਾਲ ਨਾਲ ਆਪਾਂ ਆਪਣੇ ਅੰਦਰ ਚ ਵੀ ਝਾਤੀ ਮਾਰੀਏ। ਆਪਾਂ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਹਰ ਰੋਜ਼ ਦਰਸ਼ਨ ਕਰਦੇ ਹਾਂ ਕਿ ਸਾਡੇ ਚ ਸੰਤੋਖ ਆਇਆ। ਆਪਾਂ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਰੋਜ਼ ਦਰਸ਼ਨ ਕਰਦੇ ਹਾਂ ਗੁਰਮੁਖੋ, ਕਿ ਅਸੀਂ ਅੰਦਰੋਂ ਤ੍ਰਿਪਤ ਹੋ ਗਏ ਆ। ਨਹੀਂ ਹੋਏ ਤੇ ਢਿੱਲ ਸਾਡੇ ਵਿੱਚ ਆ, ਕਿਉਂਕਿ ਜਿਸ ਗੁਰੂ ਨਾਨਕ ਦੇ ਦਰਸ਼ਨ ਦਾਈ ਦੌਲਤਾਂ ਨੇ ਕਰਕੇ ਤ੍ਰਿਪਤੀ ਦੀ ਪ੍ਰਾਪਤੀ ਕੀਤੀ, ਜਿਸ ਗੁਰੂ ਨਾਨਕ ਦੇ ਦਰਸ਼ਨ ਸਤ ਸੰਗਤ ਜੀ ਦਾਈ ਦੌਲਤਾਂ ਨੇ ਕਰਕੇ ਸੰਤੋਖ ਦੀ ਪ੍ਰਾਪਤੀ ਕੀਤੀ, ਉਸੇ ਗੁਰੂ ਨਾਨਕ ਨੂੰ ਆਪਾਂ ਹਰ ਰੋਜ਼ ਵੇਖਦੇ ਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਉਸੇ ਗੁਰੂ ਨਾਨਕ ਨੂੰ ਆਪਾਂ ਹਰ ਰੋਜ਼ ਸੁਣਦੇ ਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਸਾਨੂੰ ਤ੍ਰਿਪਤੀ ਕਿਉਂ ਨਹੀਂ ਮਿਲਦੀ, ਸਾਡੇ ਚ ਸੰਤੋਖ ਕਿਉਂ ਨਹੀਂ ਆਉਂਦਾ? ਸਾਡੇ ਚ ਢਿੱਲ ਜ਼ਰੂਰ ਹੋਵੇਗੀ, ਜਾਂ ਤੇ ਸਾਡੀ ਸ਼ਰਧਾ 'ਚ ਫਰਕ ਹੈ, ਜਾਂ ਸਾਡੀ ਭਾਵਨਾ ਨਹੀਂ ਬਣੀ, ਜਾਂ ਅਸੀਂ ਅਜੇ ਤੱਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੇ ਅਕੀਦਾ ਹੀ ਨਹੀਂ ਬਣਾ ਸਕੇ। ਢਿੱਲ ਸਾਡੇ ਵਿੱਚ ਹੈ। ਜਿਸ ਦਿਨ ਸ਼ਰਧਾ ਬਣ ਗਈ, ਜਿਸ ਦਿਨ ਅਕੀਦਾ ਬਣ ਗਿਆ, ਗੁਰਮੁਖਾ ਤੂੰ ਦਰਸ਼ਨ ਕਰਦਿਆਂ ਸਾਰੀ ਅੰਦਰੋਂ ਤ੍ਰਿਪਤ ਹੋ ਜਾਵੇਂਗਾ। ਦਰਸ਼ਨ ਕਰਦਿਆਂ ਸਾਰੇ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੇ ਕੋਏ। ਮੇਰੇ ਸਾਹਾ ਮੈਨੂੰ ਦਰਸ਼ਨਾਂ ਦੇ ਨਾਲ ਸੁਖ ਮਿਲਦਾ ਹੈ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਵੇ ਪ੍ਰਭ ਮੇਰਾ। ਸੱਚੇ ਪਾਤਸ਼ਾਹ ਤੇਰੇ ਦਰਸ਼ਨਾਂ ਦੇ ਨਾਲ ਮਲ ਜਨਮ ਜਨਮ ਦੀ ਕੱਟੀਏ। ਇਹ ਕਿਰਪਾ ਹੈ ਦਰਸ਼ਨਾਂ ਦੀ ਗੁਰਮੁਖੋ, ਜਿਸ ਦਿਨ ਭਾਵਨਾ ਦੇ ਨਾਲ ਕਰੋਗੇ ਇਹ ਕਿਰਪਾ ਵਰਤ ਜਾਵੇਗੀ, ਜਿੱਦਾਂ ਦਾਈ ਦੌਲਤਾਂ ਤੇ ਕਿਰਪਾ ਵਰਤੀ ਹੈ। ਸੋ ਸਤ ਸੰਗਤ ਜੀ, ਦਿਨ ਦਾ ਟੁਕਾ ਹੁੰਦਾ ਹੈ, ਦਿਨ ਦਾ ਟੁਕਾ। ਤੇ ਪੰਡਿਤ ਹਰਦਿਆਲ ਜੀ ਆਉਂਦੇ ਹਨ। ਪੰਡਿਤ ਜੀ ਆ ਕਰਕੇ ਪੁੱਛਦੇ ਹਨ ਦਾਈ ਦੌਲਤਾਂ ਨੂੰ, ਦਾਈ ਦੌਲਤਾਂ ਦੱਸ ਉਹ ਸਮਾਂ ਕਿਹੜਾ ਸੀ ਜਿਸ ਸਮੇਂ ਦੇ ਵਿੱਚ ਇਹ ਸਤ ਸੰਗਤ ਜੀ ਉਸ ਵੇਲੇ ਤਾਂ ਬਾਲਕੀ ਸ਼ਬਦ ਵਰਤਿਆ ਹੋਵੇਗਾ ਨਾ,
ਉਹ ਸਮਾਂ ਕਿਹੜਾ ਸੀ? ਪਰ ਆਪਾਂ ਕਵਾਂਗੇ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ। ਉਹ ਸਮਾਂ ਕਿਹੜਾ ਸੀ ਜਿਸ ਸਮੇਂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਏ? ਉਸ ਸਮੇਂ ਦੇ ਚਿੰਨ੍ਹ ਕਿਹੜੇ ਸਨ? ਮੈਨੂੰ ਦੱਸ। ਉਹ ਪੰਡਤ ਨੇ ਬੇਨਤੀ ਕੀਤੀ ਹੈ। ਤੇ ਦਾਈ ਦੌਲਤਾਂ ਦੱਸਦੀ ਸਤ ਸੰਗਤ ਜੀ, ਇਹਨੂੰ ਕਰਮਕਾਂਡ ਵੱਲ ਲੈ ਕੇ ਨਾ ਜਾਇਓ। ਉਸ ਸਮੇਂ ਦੀ ਲੋੜ ਸੀ, ਉਸ ਸਮੇਂ ਜੋ ਪ੍ਰਚਲਿਤ ਸੀ ਉਸ ਪ੍ਰਚਲਿਤ ਦੇ ਅਨੁਸਾਰੀ ਹੋ ਕਰਕੇ ਉਹ ਪੰਡਤ ਹਰਦਿਆਲ ਘਰ ਆਇਆ ਸੀ। ਘਰ ਆ ਕੇ ਦਾਈ ਦੌਲਤਾਂ ਨੂੰ ਪੁੱਛਦਾ ਹੈ। ਦਾਈ ਦੌਲਤਾਂ ਨੇ ਦੱਸਿਆ, ਪੰਡਤ ਜੀ ਅੰਮ੍ਰਿਤ ਵੇਲਾ ਸੀ, ਅੰਮ੍ਰਿਤ ਵੇਲਾ ਸੀ। ਕਰੀਬ 1 ਵਜੇ ਤੋਂ ਉੱਪਰ ਥੋੜਾ ਜਿਹਾ ਸਮਾਂ ਹੋਇਆ ਸੀ ਤੇ ਸਤਿਗੁਰੂ ਜੀ ਇਸ ਧਰਤੀ ਤੇ ਆਏ। ਪੰਡਤ ਜੀ ਜਦੋਂ ਮੈਂ ਦਰਸ਼ਨ ਕੀਤੇ, ਜਿੰਨੇ ਵੀ ਬਾਲਕ ਮੈਂ ਇਹਨਾਂ ਹੱਥਾਂ ਦੇ ਨਾਲ ਉਹਨਾਂ ਦਾ ਸਤ ਸੰਗਤ ਜੀ ਮੈਂ ਸੇਵਾ ਕਹਿ ਲੋ ਕੀਤੀ ਹੈ, ਉਹਨਾਂ ਦਾ ਕਹਿ ਲੋ ਕਿ ਜਨੇਪਾ ਕੀਤਾ ਹੈ, ਉਹ ਸਾਰੇ ਰੋਂਦੇ ਆਏ, ਸਾਰੇ ਰੋਂਦੇ ਆਏ। ਪਰ ਇਹ ਇੱਕ ਐਸਾ ਬਾਲਕ ਮੇਰੇ ਹੱਥਾਂ 'ਚ ਆਇਆ ਜਿਨੇ ਮੈਨੂੰ ਰੋ ਕੇ ਨਹੀਂ ਵਿਖਾਇਆ, ਮੈਨੂੰ ਹੱਸ ਕੇ ਵਿਖਾਇਆ, ਹੱਸ ਕੇ। ਤੇ ਇਹਦੀ ਮੁਸਕਰਾਹਟ ਨੇ ਮੈਨੂੰ ਮੋਹ ਲਿਆ। ਮੈਂ ਤੇ ਦਗ-ਦਗ ਹੋ ਗਈ, ਦਗ-ਦਗ। ਸਤ ਸੰਗਤ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ ਤੇ ਸਤਿਗੁਰੂ ਜੀ ਰੋਏ ਕਿਉਂ ਨਹੀਂ ਸਨ? ਆਪਾਂ ਬਾਣੀ ਨੂੰ ਪੁੱਛੀਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ, ਲਿਵ ਛੁਡਕੀ ਮਾਇਆ ਅਮਰ ਵਰਤਾਇਆ। ਗੁਰਮੁਖੋ ਸਾਇੰਸ ਕਹਿੰਦੀ ਹੈ ਕਿ ਜਦੋਂ ਬੱਚਾ ਪੈਦਾ ਹੁੰਦਾ ਹੈ ਨਾ, ਉਹ ਪੀੜਾ ਦੇ ਕਰਕੇ ਰੋਂਦਾ ਹੈ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ ਕਿ ਭਾਈ ਉਹ ਸਰੀਰ ਦੀ ਪੀੜਾ ਕਰਕੇ ਨਹੀਂ ਜੇ ਰੋਂਦਾ, ਉਹ ਰੋਂਦਾ ਹੈ ਉਹਦੀ ਲਿਵ ਪ੍ਰਮਾਤਮਾ ਦੇ ਨਾਲੋਂ ਟੁੱਟ ਚੁੱਕੀ ਹੁੰਦੀ ਹੈ। ਉਹਦੀ ਲਿਵ ਟੁੱਟਣ ਲੱਗੀ, ਉਹਦੀ ਲਿਵ। ਉਹ ਰੋਂਦਾ ਹੈ, ਸੱਚੇ ਪਾਤਸ਼ਾਹ ਮਾਤਾ ਦੇ ਗਰਭ ਦੇ ਵਿੱਚ ਤੇ ਤੇਰੇ ਸਹਾਰੇ ਮੈਂ ਦਿਨ ਕੱਟੇ ਹਨ, ਵੇਖੀ ਕਿਤੇ ਸਮਾਤ ਲੋਕ ਉੱਤੇ ਆ ਗਿਆ, ਇਹ ਮਾਇਆ ਦੀ ਪਕੜ ਦੇ ਵਿੱਚ ਆ ਕੇ ਮੈਂ ਤੈਨੂੰ ਭੁੱਲ ਨਾ ਜਾਵਾਂ। ਉਹ ਤਾਂ ਰੋਂਦਾ ਹੈ। ਪਰ ਗੁਰਮੁਖੋ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹੱਸਦੇ ਹੋਏ ਆਏ। ਉਹਦੇ ਪਿੱਛੇ ਕੀ ਕਾਰਨ ਸੀ? ਕਿਉਂਕਿ ਉਹਨਾਂ ਦੀ ਲਿਵ ਨਹੀਂ ਟੁੱਟੀ, ਉਹ ਤੇ ਟੁੱਟੀਆਂ ਹੋਈਆਂ ਲਿਵ ਵਾਲਿਆਂ ਨੂੰ ਜੋੜਨ ਆਏ ਹਨ। ਉਹਨਾਂ ਦੀ ਲਿਵ ਨਹੀਂ ਟੁੱਟੀ, ਉਹ ਤੇ ਟੁੱਟਿਆਂ ਹੋਇਆਂ ਨੂੰ ਜੋੜਨ ਆਏ ਹਨ। ਉਹ ਤੇ ਆਪ ਪ੍ਰਮਾਤਮਾ ਹਨ। ਤਾਂ ਨਹੀਂ ਸਤ ਸੰਗਤ ਜੀ ਉਹ ਰੋਏ, ਉਹ ਹੱਸਦੇ ਹੋਏ ਆਏ ਹਨ, ਹੱਸਦੇ ਹੋਏ। ਇਹ ਦ੍ਰਿਸ਼ ਜਦੋਂ ਪੰਡਤ ਹਰਦਿਆਲ ਨੂੰ ਦਾਈ ਦੌਲਤਾਂ ਨੇ ਦੱਸਿਆ ਤੇ ਫਿਰ ਉਹਨੇ ਇੱਕ ਸਵਾਲ ਹੋਰ ਕੀਤਾ। ਕਹਿੰਦਾ ਦਾਈ ਦੌਲਤਾਂ, ਉਸ ਸਮੇਂ ਦੀ ਅਨੁਭਵ ਕਿੱਦਾਂ ਦਾ ਸੀ? ਕਹਿ ਲੋ ਕਿ ਆਵਾਜ਼ ਕਿੱਦਾਂ ਦੀ ਆਈ ਸੀ? ਤੂੰ ਕੀ ਸੁਣਿਆ? ਤੇ ਦਾਈ ਦੌਲਤਾਂ ਕਹਿੰਦੀ, ਇੱਥੇ ਸਤ ਸੰਗਤ ਜੀ ਸਾਖੀਕਾਰਾਂ ਨੇ ਲਿਖਿਆ ਹੈ ਕਿ ਦਾਈ ਦੌਲਤਾਂ ਨੇ ਕਿਹਾ, ਆਵਾਜ਼ ਆਈ ਸੀ ਤੂੰ ਹੀ ਨਿਰੰਕਾਰ, ਆਵਾਜ਼ ਆਈ ਸੀ ਵਾਹਿਗੁਰੂ ਵਾਹਿਗੁਰੂ, ਆਵਾਜ਼ ਆਈ ਸੀ ਤੂੰ ਹੀ ਹੈ, ਤੂੰ ਦੀ ਆਵਾਜ਼ ਆਈ। ਪਰ ਸਤ ਸੰਗਤ ਜੀ ਅਸਲ ਦੇ ਵਿੱਚ ਜੇ ਬਾਣੀ ਨੂੰ ਪੁੱਛੀਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਵਾਜੇ ਅਨਹਦ ਤੂਰੇ, ਜਿਨ੍ਹਾਂ ਨੂੰ ਆਪਾਂ ਅਨਹਦ ਸਾਜ਼ ਕਹਿੰਦੇ ਆ ਨਾ, ਅਨਹਦ ਸਾਜ਼ ਉਹ ਸਾਜ਼ ਜਿਹੜੇ ਸਾਡੇ ਹਿਰਦੇ ਚ ਵੱਜਦੇ ਹਨ। ਦਾਈ ਦੌਲਤਾਂ ਦੇ ਹਿਰਦੇ ਚ ਉਹ ਵੱਜੇ ਹੋਣਗੇ ਗੁਰਮੁਖੋ, ਉਹ ਸਾਜ਼ ਵੱਜੇ ਹੋਣਗੇ ਜਿਨ੍ਹਾਂ ਸਾਜ਼ਾਂ ਦੇ ਕਰਕੇ ਉਹ ਸਮਾਜ ਦੇ ਵਿੱਚ ਚਲੇ ਗਏ ਸੀ। ਜਦੋਂ ਇਹ ਸਭ ਕੁਝ ਪੰਡਤ ਹਰਦਿਆਲ ਨੂੰ ਦੱਸਿਆ ਤੇ ਉਸ ਵੇਲੇ ਸਤ ਸੰਗਤ ਜੀ ਪੰਡਤ ਜੀ ਨੇ ਨਾਮਕਰਨ ਕੀਤਾ। ਨਾਮਕਰਨ ਇੱਥੇ ਵੀ ਇਤਿਹਾਸ ਦੇ ਵਿੱਚ ਸਤ ਸੰਗਤ ਜੀ ਵੱਖੋ ਵੱਖਰੇ ਪ੍ਰਕਰਨ ਹਨ। ਕਈ ਵੀਰ ਲਿਖਦੇ ਹਨ ਕਿ ਭੈਣ ਨਾਨਕੀ ਦੇ ਨਾਮ ਤੇ ਨਾਨਕ ਨਾਂ ਰੱਖ ਦਿੱਤਾ ਗਿਆ ਹੈ। ਕਈ ਵੀਰ ਲਿਖਦੇ ਹਨ ਕਿ ਪੰਡਤ ਹਰਦਿਆਲ ਨੇ ਨਾਨਕ ਨਾਮ ਦਿੱਤਾ ਹੈ। ਤੇ ਮਹਿਤਾ ਕਲਿਆਣ ਦਾਸ ਜੀ ਨੇ ਪੰਡਤ ਨੂੰ ਕਿਹਾ, ਪੰਡਤ ਜੀ ਕੋਈ ਸੋਹਣਾ ਜਿਹਾ ਨਾਂ ਦਿੰਦੇ ਹੋ, ਕੋਈ ਚੰਗਾ ਨਾਂ ਰੱਖ ਲੈਂਦੇ ਹੋ। ਤੇ ਉਸ ਵੇਲੇ ਪੰਡਤ ਨੇ ਕਿਹਾ, ਮਹਿਤਾ ਜੀ ਇਸ ਤੋਂ ਚੰਗਾ ਤੇ ਨਾਮ ਹੀ ਕੋਈ ਨਹੀਂ ਹੈ। ਕਵੀ ਸੰਤੋਖ ਸਿੰਘ ਜੀ ਨੇ ਇਸ ਨਾਮ ਦੇ ਅਰਥ ਕੀਤੇ। ਸਤ ਸੰਗਤ ਜੀ ਉਹ ਅਰਥ ਕਰਦੇ ਹਨ ਪਦ ਛੇਦ ਕਰਕੇ। ਉਹ ਕਹਿੰਦੇ ਹਨ ਅਨ ਅਕ, ਐੜੇ ਦਾ ਜਿਹੜਾ ਕੰਨਾ ਹੈ ਉਹਨੂੰ ਐੜਾ ਬਣਾ ਕੇ ਨੰਨੇ ਦੇ ਕੰਨੇ ਨੂੰ ਅਨ ਅਕ ਲਿਖ ਕਰਕੇ ਕਹਿੰਦੇ ਹਨ ਕਿ ਦੁੱਖਾਂ ਤੋਂ ਰਹਿਤ। ਉਹ ਮਹਾਂਪੁਰਸ਼ ਜਿਹਨੂੰ ਕਦੀ ਦੁੱਖ ਆ ਹੀ ਨਹੀਂ ਸਕਦੇ। ਗੁਰਮੁਖੋ ਬਿਲਕੁਲ ਸੱਚ ਲਿਖਿਆ ਜੇ, ਉਹ ਤੇ ਦੁੱਖਾਂ ਤੋਂ ਰਹਿਤ ਹੀ ਹੈ। ਜਿਹੜਾ ਉਹਦੇ ਨਾਲ ਜੁੜ ਗਿਆ ਉਹ ਵੀ ਦੁੱਖਾਂ ਤੋਂ ਰਹਿਤ ਹੋ ਜਾਵੇਗਾ। ਜਿਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਟੇਕ ਲੈ ਲਈ ਉਹ ਵੀ ਦੁੱਖਾਂ ਤੋਂ ਰਹਿਤ ਹੋ ਜਾਵੇਗਾ। ਇਸ ਨਾਮ ਦੇ ਅਰਥ ਕਵੀ ਸੰਤੋਖ ਸਿੰਘ ਜੀ ਨੇ ਆਪਣੀ ਰਚਨਾ 'ਚ ਕੀਤੇ ਹਨ। ਗੁਰਮੁਖੋ ਨਾਨਕ ਨਾਮ ਦੇ ਅਰਥ, ਨਾਨਕ ਨਾਮ ਦੇ ਅਰਥ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਵੀ ਕੀਤੇ ਹਨ। ਜਰਾ ਧਿਆਨ ਦਿਓ, ਇਹ ਕਿੰਨੀ ਬਰਕਤ ਹੈ ਕੇਵਲ ਨਾਮ ਦੀ ਹੀ।
किते शरधा भावना दे नाल हथ जोड़ के कह दो ना, धन धन गुरु नानक देव साहब सच्चे पातशाह जी, धन धन गुरु नानक देव साहब सच्चे पातशाह जी। ओहदे विच किन्नी बरकत वरती, जरा ध्यान दिओ। भाई साहब भाई नंद लाल जी सत संगत जी लिखते हैं, आपां गुरमुखी दे विच जदों लिखांगे ना, नन्ने नूं कन्ना, नन्ना ते कक्का, ये गुरमुखी अखर हैं सत संगत जी। इसे तरह भाई साहब भाई नंद लाल जी ने फारसी दे विच अर्थ कीते हैं। उन्हां ने वरते हैं दो नून एक अल्फ ते एक काफ, दो नून एक अल्फ ते एक काफ। जिहड़ा पहला नन्ना है, जिहड़ा पहला नून है ना, उस तो उन्हां ने अर्थ कीते नाईम। नाईम, नाईम दे अर्थ हैं नियामतां वंडण वाला। पहला नन्ना दसदा है वो भलिया गुरु नानक नियामतां वंडण वाला है, जिहड़ी झोली कित्यों नहीं ना भरी वो गुरु नानक दे दर तों भर जावेगी। ये पहला नन्ना दसदा जी। नाईम नियामतां वंडण वाला है। ते अल्फ सत संगत जी जिन्हों आपां कन्ना कह देंदे हाँ, हिंदी दे विच जिन्हों आदि मात्रा कहा जाता है सत संगत जी, वो अल्फ ते ओदी शक्ल एक वर्गी हुंदी जे, एक वर्गी। ते गुरमुखो भाई साहब भाई नंद लाल जी कहंदे, ए गुरमुखो धन गुरु नानक आप निरंकार आए हैं, जिन्हां ने एक दे नाल जोड़ना जे, एक दे नाल। नहीं तो भाई सारिया ने आपो अपने नाल जोड़ लिया। कोई कहता तेरा रब वखरा है, कोई कहता तेरा फिरका वखरा है, कोई कहता तेरी जात वखरी आ। पर गुरमुखो जे एक दा नारा दिता है तो केवल ते केवल धन गुरु नानक देव साहब सच्चे पातशाह जी ने। इस तो अगे सत संगत जी दूसरा नून नन्ना आउंदा है। भाई साहब भाई नंद लाल जी ने उहदे अर्थ कीते हन नासीर। ते नासीर दे अर्थ होया करदे सत संगत जी जिहड़ा मददगार है, मददगार। सत संगत जी दुनिया दे विच बड़े मिल जाणगे, बड़े जिहड़े डिगे होए नूं सगों होर डेगदे हन। दुनिया दे विच बड़े मिल जाणगे जिहड़े डुੱਬੇ होया नूं होर डोबदे हन। दुनिया दे विच बड़े मिल जाणगे गुरमुखो किनारे ते खलोतियां नूं भी धक्का मार के सुट दिंदे हन। पर गुरमुखो जे मिलिया है ना डुੱਬਿਆਂ होया नूं तारन वाला, जे मिलिया विकारां दे विचों कड्ढण वाला, ते ओह केवल ते केवल नासीर धन गुरु नानक देव साहब सच्चे पातशाह जी कड्ढिया है ना भाई। आपां इतिहास भी देखते हैं ना कि गुरमुखो कौडे वर्गे राक्षसां नूं बाणी दा पल्ला फड़ा करके साधु संत बना देंदा है। वो भूमीए चोर वर्गियां नूं गुरमुखो बाणी दा होका दे करके साधु बना देंदा है। गुरमुखो वो ठग्गां नूं सज्जण बना देंदा जे बाणी दा होका दे करके। वो विकारां दे विच डिग्गिया होया नूं कढ लैंदा जे। वो गुरमुखो डिग्गिया होया दी बाह फड़दा जे कौन? धन गुरु नानक देव साहब सच्चे पातशाह जी। नाईम अल्फ नसीर ते कक्के दे अर्थ भाई साहब भाई नंद लाल जी ने कीते हन कबीर। कबीर ते गुरमुखो कबीर तो भाव हुंदा है वड्डा, सब तो उच्चा। ते गुरमुखो आपां बचन पढ़दे हां धन गुरु अर्जन देव साहब सच्चे पातशाह जी दे। ज्ञान ध्यान किश कर्म ना जाना, सार ना जाना तेरी, सब ते वड्डा सतगुरु नानक जिन कल राखी मेरी। श्री मुख वाग दी विचार भी करनी है। सो सत संगत जी इन्हों ही बचना नूं थोड़ा संगत दे विच दुहरा करके फिर श्री मुख वाग दी विचार दे नाल जुड़ांगे। सारी संगत कृपा करो जी। ज्ञान ध्यान किछ कर्म न जाना, ज्ञान ध्यान किछ कर्म न जाना। ज्ञान ध्यान किछ कर्म न जाना, ज्ञान ध्यान किछ कर्म न जाना। ज्ञान ध्यान किछ कर्म न जाना, ज्ञान ध्यान किछ कर्म न जाना। सार न जाना तेरी, सार न जाना तेरी। सार न जाना तेरी, सार न जाना तेरी।
ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਹੇ ਸੱਚੇ ਪਾਤਸ਼ਾਹ, ਨਾ ਮੈਂ ਗਿਆਨੀ ਤੇ ਨਾ ਧਿਆਨੀ ਹਾਂ, ਮੇਰੇ ਕੋਲੋਂ ਭੁੱਲ ਹੋ ਗਈ, ਮੈਂ ਤੇਰੀ ਸਾਰੀ ਨਹੀਂ ਜਾਣ ਸਕਿਆ। ਸਤ ਸੰਗਤ ਜੀ, ਆਪਾਂ ਸਾਰੇ ਭੁੱਲੇ ਹੋਏ ਹਾਂ, ਸਾਨੂੰ ਸਮਝ ਹੀ ਨਹੀਂ ਆਈ ਕਿ ਗੁਰੂ ਨਾਨਕ ਕੌਣ ਹੈ। ਗੁਰੂ ਨਾਨਕ ਹੈ ਕੌਣ? ਗੁਰਮੁਖੋ ਆਪ ਨਾਰਾਇਣ ਕਲਾ ਥਰ ਜਗ ਮਹਿ ਪਰਵਰਿਓ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਸੱਚੇ ਪਾਤਸ਼ਾਹ ਕਰ ਕਿਰਪਾ, ਅਸੀਂ ਤੇਰੀ ਕਦਰ ਪਾ ਲਈਏ ਕਦਰ। ਸੱਚੇ ਪਾਤਸ਼ਾਹ ਕਰ ਕਿਰਪਾ, ਸਾਨੂੰ ਤੇਰੀ ਹਸਤੀ ਦੀ ਸਮਝ ਆ ਜਾਵੇ, ਅਸੀਂ ਤੇਰੇ ਚਰਨਾਂ ਦੇ ਨਾਲ ਜੁੜ ਜਾਈਏ। ਜਦੋਂ ਸਾਨੂੰ ਮਤ ਬਖਸ਼ੇਗਾ ਨਾ, ਜਦੋਂ ਸਾਨੂੰ ਬੁੱਧੀ ਬਖਸ਼ੇਗਾ, ਅਸੀਂ ਆਸੇ ਪਾਸੇ ਹੱਥ ਪੈਰ ਮਾਰਨ ਨੂੰ ਹਟ ਜਾਣਾ ਹੈ। ਜਦੋਂ ਸਾਨੂੰ ਸਮਤ ਆ ਗਈ ਨਾ ਤੇਰੇ ਦਰ ਦੀ, ਅਸੀਂ ਤੇਰੇ ਦਰ ਦੇ ਨਾਲ ਜੁੜ ਜਾਣਾ। ਸੱਚੇ ਪਾਤਸ਼ਾਹ, ਜਦੋਂ ਸਾਨੂੰ ਸੱਚਮੁੱਚ ਪਤਾ ਲੱਗ ਗਿਆ ਨਾ ਧੰਨ ਗੁਰੂ ਨਾਨਕ ਸਭ ਤੋਂ ਵੱਡੇ ਹਨ, ਤੇ ਕੀ ਲੋੜ ਹੈ ਸਤ ਸੰਗਤ ਜੀ ਸਾਨੂੰ ਆਸੇ ਪਾਸੇ ਜਾਣ ਦੀ? ਅਸੀਂ ਕਿਉਂ ਨਹੀਂ ਗੁਰੂ ਚਰਨਾਂ ਦੇ ਨਾਲ ਜੁੜਦੇ? ਆਰੰਭਤਾ ਕੀਤੀ ਸੀ, ਸਤਿਗੁਰੂ ਨਾਨਕ ਪ੍ਰਗਟਿਆ। ਹੁਣ ਸਮਾਂ ਇੰਨਾ ਨਹੀਂ ਕਿ ਪੂਰੀ ਪੌੜੀ ਦੇ ਅਰਥ ਕੀਤੇ ਜਾਣ, ਕੇਵਲ ਇੱਕੋ ਹੀ ਸ਼ਬਦ ਦੇ ਸੂਖਮ ਅਰਥ ਕਰਕੇ ਹੁਕਮਨਾਮੇ ਦੀ ਵਿਚਾਰ 5-10 ਮਿੰਟਾਂ ਦੇ ਵਿੱਚ ਕਰਾਂਗੇ। ਸਤ ਸੰਗਤ ਜੀ, ਸਤਿਗੁਰੂ ਨਾਨਕ ਪ੍ਰਗਟਿਆ। ਉਦਮ ਕਰਿਆ ਕਰੋ, ਯਤਨ ਕਰਿਆ ਕਰੋ ਕਿ ਜਨਮ ਦਿਹਾੜਾ ਸ਼ਬਦ ਨਾ ਵਰਤਿਆ ਕਰੀਏ, ਪ੍ਰਗਟ ਦਿਹਾੜਾ ਵਰਤ ਲਿਆ ਕਰੋ। ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਪ੍ਰਗਟਿਆ ਵਰਤਿਆ ਹੈ। ਇਸ ਸ਼ਬਦ ਦੇ ਪਿੱਛੇ ਸਤ ਸੰਗਤ ਜੀ ਬੜੀ ਵੱਡੀ ਭਾਵਨਾ ਜੇ, ਮਹੱਤਵ ਬੜਾ ਵੱਡਾ ਜੇ। ਕਿਉਂ? ਕਿਉਂਕਿ ਪ੍ਰਗਟ ਸ਼ਬਦ ਦੇ ਅਰਥ ਹੀ ਵੱਖਰੇ ਹਨ। ਪ੍ਰਗਟ ਸ਼ਬਦ ਤੋਂ ਭਾਵ ਹੁੰਦਾ ਹੈ ਗੁਰਮੁਖੋ, ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਾਡੇ ਸਾਹਮਣੇ ਹੈ, ਅਸੀਂ ਦਰਸ਼ਨ ਕਰ ਰਹੇ ਹਾਂ, ਕਿਸੇ ਕਾਰਨ ਕਰਕੇ ਲਾਈਟ ਚਲੀ ਜਾਵੇ, ਹਨੇਰਾ ਹੋ ਜਾਵੇ, ਤੇ ਗੁਰਮੁਖੋ ਅਸੀਂ ਇਹਨਾਂ ਨੇਤਰਾਂ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਾ ਕਰ ਸਕੀਏ ਹਨੇਰੇ ਦੇ ਕਰਕੇ, ਪਰ ਫਿਰ ਲਾਈਟ ਆ ਜਾਵੇ, ਅਸੀਂ ਇਹਨਾਂ ਨੇਤਰਾਂ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੀਏ। ਸੀ ਉੱਥੇ ਹੀ ਬਿਰਾਜਮਾਨ ਸਨ, ਉੱਥੇ ਹੀ ਸਨ, ਪਰ ਜਦੋਂ ਲੋ ਲੱਗੀ, ਚਾਨਣ ਹੋਇਆ ਨਾ, ਤੇ ਅਸੀਂ ਦਰਸ਼ਨ ਕੀਤੇ। ਇਹਨੂੰ ਪ੍ਰਗਟ ਕਹਿੰਦੇ ਹਨ, ਪ੍ਰਗਟ। ਗੁਰਮੁਖੋ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕਿਤਿਓਂ ਆਏ ਨਹੀਂ, ਉੱਥੇ ਹੀ ਸਨ। ਉੱਥੇ ਜਿਹੜੇ ਰੱਬ ਦਾ ਦੁਨੀਆ ਭੁਲੇਖਾ ਪਾਉਂਦੀ ਸੀ ਨਾ, ਕਹਿੰਦੀ ਸੀ ਕਿ ਰੱਬ ਕੇਵਲ ਭਾਈ ਆ ਡੱਬੇ ਦੇ ਵਿੱਚ ਬੰਦ ਕਰਕੇ ਰੱਖਣ ਵਾਲੀ ਚੀਜ਼ ਆ, ਲੈ ਲਓ। ਨਹੀਂ ਭਾਈ, ਸਤਿਗੁਰੂ ਜੀ ਨੇ ਉਹ ਭੁਲੇਖਾ ਦੂਰ ਕੀਤਾ ਹੈ। ਰੱਬ ਤੇ ਸਾਰਿਆਂ ਦੇ ਅੰਦਰ ਵਸਦਾ ਹੈ, ਪਰ ਗੁਰਮੁਖੋ ਜੇ ਪ੍ਰਗਟ ਹੋਏ, ਸਾਡੇ ਸਾਹਮਣੇ ਆਏ, ਤੇ ਉਹ ਅੱਜ ਦਾ ਦਿਹਾੜਾ ਜੇ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਏ ਹਨ। ਪ੍ਰਗਟ ਸਤ ਸੰਗਤ ਜੀ, ਖਾਲਸਾ ਪ੍ਰਗਟਿਓ ਪਰਮਾਤਮ ਕੀ ਮੌਜ। ਤੇ ਜਿਹੜਾ ਪ੍ਰਗਟ ਹੋ ਜਾਂਦਾ ਕਿਤੇ ਜਾਂਦਾ ਨਹੀਂ ਜੇ, ਜਿਹੜਾ ਪ੍ਰਗਟ ਹੋ ਜਾਂਦਾ ਹੈ ਉਹ ਨਹੀਂ ਜੇ ਕਿਤੇ ਜਾਂਦਾ। ਇਹ ਨਾ ਕਿਹਾ ਕਰੋ ਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਸਨ। ਸਨ ਨਾ ਕਿਹਾ ਕਰੋ ਭਾਈ, ਹਨ। ਸਾਡੇ ਕੋਲ ਹਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ। ਅਸੀਂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਬਚਨ ਕਰ ਸਕਦੇ ਹਾਂ, ਸਤਿਗੁਰਾਂ ਜੀ ਦੇ ਬਚਨ ਸੁਣ ਸਕਦੇ ਹਾਂ। ਪਰ ਕਿਦੋਂ? ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜ ਗਏ। ਇੰਨੀਆਂ ਕੁ ਬੇਨਤੀਆਂ ਸਤ ਸੰਗਤ ਜੀ ਪ੍ਰਵਾਨ ਕਰਨੀਆਂ। ਹੁਣ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਕੇਵਲ ਅੱਖਰੀ ਅਰਥ ਕਰਕੇ ਫਤਿਹ ਬੁਲਾਵਾਂਗੇ ਜੀ। ਸੋਰਠ ਮਹੱਲਾ ਪੰਜਵਾ, ਘਰ ਦੂਜਾ। ਸੋਰਠ ਰਾਗ ਦੇ ਅੰਦਰ ਬਖਸ਼ਿਸ਼ ਕੀਤੀ ਹੈ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਰਾਗੀ ਸਿੰਘਾਂ ਨੂੰ ਹਦਾਇਤ ਹੈ ਕਿ ਗੁਰਮੁਖੋ, ਜਦੋਂ ਇਸ ਸ਼ਬਦ ਦਾ ਕੀਰਤਨ ਕਰਨਾ ਹੈ, ਦੂਸਰੇ ਘਰ ਦੀ ਸੁਰ ਤਾਲ ਦਾ ਧਿਆਨ ਰੱਖਿਓ ਜੀ। ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਹਿ ਤੁਮ ਰਾਖਣ ਹਾਰੇ। ਕਹਿ ਲੋ ਕਿ ਤਰਲਾ ਜਾਪਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਕਰਨਾ ਹੈ। ਇਹ ਤਰਲਾ ਆਪਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਕਰ ਰਹੇ ਹਾਂ। ਭਾਵਨਾ ਬਣਾਇਓ ਮਨ ਦੀ,
ਭਾਵਨਾ ਬਣਾਇਓ ਆਪਣੇ ਹਿਰਦੇ ਦੀ, ਕੀ ਤਰਲਾ ਲੈਣਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਕਿਰਪਾ ਕੀਤੀ ਤੁਸੀਂ ਮਾਤਾ ਦੇ ਗਰਭ ਦੇ ਵਿੱਚ ਸਾਨੂੰ ਸਿਮਰਨ ਦੇ ਕੇ ਸਾਡੀ ਰੱਖਿਆ ਕੀਤੀ, ਹੁਣ ਵੀ ਕਿਰਪਾ ਕਰੋ ਜੀ। ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰਹੁ ਤਾਰਨ ਹਾਰੇ। ਇਹ ਵਿਕਾਰਾਂ ਦੀਆਂ ਲਹਿਰਾਂ, ਇਹ ਨਸ਼ਿਆਂ ਦੀਆਂ ਲਹਿਰਾਂ, ਇਹ ਪਖੰਡਵਾਦ ਦੀਆਂ ਲਹਿਰਾਂ, ਇਹਨਾਂ ਦੇ ਵਿੱਚੋਂ ਸਾਨੂੰ ਤਾਰ ਕਰਕੇ ਪਾਰ ਲਾ ਦਿਓ ਜੀ। ਮਾਧੋ ਤੂੰ ਠਾਕੁਰ ਸਿਰ ਮੋਰਾ, ਸੱਚੇ ਪਾਤਸ਼ਾਹ ਤੂੰ ਸਾਡੇ ਸਿਰ ਦਾ ਸਾਈਂ ਆ, ਸਿਰ ਦਾ ਤੂੰ ਸਾਡਾ ਮਾਲਕ ਆ। ਮਾਧੋ ਤੂੰ ਠਾਕੁਰ ਸਿਰ ਮੋਰਾ, ਅਸੀਂ ਆਪ ਜੀ ਦੇ ਆਸਰੇ ਹਾਂ ਜੀ। ਇਹਾਂ ਉਹਾਂ ਤੁਹਾਰੋ ਧੋਰਾ, ਇਹ ਰਹਾਉ ਦਾ ਬਚਨ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ। ਹੇ ਅਕਾਲ ਪੁਰਖ ਪ੍ਰਮਾਤਮਾ ਨਿਰੰਕਾਰ, ਸਦਾ ਹੀ ਆਪ ਜੀ ਦਾ ਆਸਰਾ ਹੈ, ਸਦਾ ਹੀ। ਇਸ ਮਾਤ ਲੋਕ ਦੇ ਵਿੱਚ ਤੇ ਪਰਲੋਕ ਦੇ ਵਿੱਚ ਗੁਰਮੁਖੋ ਬਾਬੇ ਤਾਰੇ ਚਾਰ ਚੱਕ, ਕਿੱਦਾਂ ਤਾਰੇ? 9 ਖੰਡ ਪ੍ਰਿਥਵੀ ਤਾਰ ਦਿੱਤੀ, ਕਿੱਦਾਂ ਤਾਰੀ? ਬਾਬੇ ਤਾਰੇ ਚਾਰ ਚੱਕ, 9 ਖੰਡ ਪ੍ਰਿਥਵੀ ਸੱਚਾ ਢੋਆ। ਢੋਆ ਨਾਮ ਹੁੰਦਾ ਜੇ ਆਸਰੇ ਦਾ, ਢੋਆ ਨਾਮ ਹੁੰਦਾ ਜੇ ਮਿਲਾਪ ਦਾ। ਗੁਰਮੁਖੋ ਸੱਚ ਦੇ ਨਾਲ ਮਿਲਾਪ ਕਰਾਇਆ ਤਾਂ ਤਰੇ, ਸੱਚ ਦੇ ਨਾਲ। ਤੇ ਉਹ ਸੱਚ ਕੀ ਹੈ? ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਸੱਚ ਜੇ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਉਹ ਸੱਚ ਜੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨੇ ਆਸਰਾ ਲੈ ਲਿਆ ਸਤਿਗੁਰਾਂ ਜੀ ਦਾ, ਜਿਨੇ ਆਸਰਾ ਲੈ ਲਿਆ ਬਾਣੀ ਦਾ, ਉਹ ਤਰ ਗਿਆ ਭਾਈ, ਉਹ ਤਰ ਗਿਆ ਹੈ ਸੱਚੇ ਪਾਤਸ਼ਾਹ। ਇਹਾਂ ਉਹਾਂ ਤੁਹਾਰੋ ਧੋਰਾ, ਆਪ ਜੀ ਦਾ ਹੀ ਆਸਰਾ ਹੈ ਰਹਾਓ। ਵਿਸ਼ਰਾਮ ਦੇ ਕਰਕੇ ਬਖਸ਼ਿਸ਼ ਕਰਦੇ ਹਨ। ਕੀਤੇ ਕੋ ਮੇਰੇ ਸਮਾਨੈ, ਕਰਨ ਹਾਰ ਤ੍ਰਿਣ ਜਾਣੈ। ਆਹ ਹਾਲਾਤ ਬਣ ਗਏ ਸਨ ਜਿੱਥੋਂ ਆਰੰਭਤਾ ਕੀਤੀ ਸੀ ਨਾ, ਕਿ ਧਰਤੀ ਨੂੰ ਭਾਰ ਲੱਗਦਾ ਅਕਿਰਤ ਕਣਾਂ ਦਾ। ਤੇ ਅਕਿਰਤ ਕਣ ਉਹ ਹੁੰਦੇ ਹਨ ਸਤ ਸੰਗਤ ਜੀ, ਜਿਹੜੇ ਕੀਤੇ ਹੋਏ ਪਰ ਉਪਕਾਰਾਂ ਨੂੰ ਭੁੱਲ ਜਾਂਦੇ ਹਨ। ਤੇ ਗੁਰਮੁਖੋ ਅਸੀਂ ਕੀ ਕਰਦੇ ਹਾਂ? ਅਸੀਂ ਕਰਦੇ ਹਾਂ ਦਾਤ ਪਿਆਰੀ ਵਿਸਰਿਆ ਦਤਾਰਾ। ਅਸੀਂ ਦਾਤਾਂ ਦੇ ਨਾਲ ਜੁੜ ਜਾਂਦੇ ਹਾਂ ਤੇ ਦਾਤੇ ਨੂੰ ਭੁੱਲ ਜਾਂਦੇ ਹਾਂ। ਅਸੀਂ ਕੀ ਕਰਦੇ ਹਾਂ? ਕੀਤੇ ਕੋ ਮੇਰੇ ਸਮਾਨੇ, ਜੋ ਸਾਨੂੰ ਸਤਿਗੁਰਾਂ ਜੀ ਨੇ ਦਿੱਤਾ ਹੈ ਨਾ, ਉਹਨੂੰ ਤੇ ਅਸੀਂ ਸਮਝ ਲਿਆ ਮੇਰੂ ਪਰਬਤ ਦੇ ਵਾਂਗੂ ਬੜਾ ਉੱਚਾ, ਮੇਰੂ ਪਰਬਤ ਦੇ ਵਾਂਗੂ ਬੜਾ ਉੱਚਾ ਸਮਝ ਲਿਆ। ਕੀਤੇ ਕੋ ਮੇਰੇ ਸਮਾਨੇ, ਪਰ ਜਿਹੜਾ ਦੇਣ ਵਾਲਾ ਦਾਤਾ ਹੈ ਨਾ, ਉਹ ਕਰਨਹਾਰ ਹੈ। ਉਹਨੂੰ ਤ੍ਰਿਣ ਨਾਮ ਹੁੰਦਾ ਹੈ ਤੀਲੇ ਦਾ, ਉਹਨੂੰ ਅਸੀਂ ਛੋਟਾ ਕਰਕੇ ਜਾਣ ਲਿਆ। ਇਹ ਕਹਿ ਲਓ ਕਿ ਸਤ ਸੰਗਤ ਜੀ ਸਾਡੇ ਲਈ ਬੜੀ ਮਾੜੀ ਗੱਲ ਹੈ। ਅਸੀਂ ਕਦਰ ਕਰਿਆ ਕਰੀਏ ਸਤਿਗੁਰਾਂ ਜੀ ਦੀ। ਤੂੰ ਦਾਤਾ ਮੰਗਣ ਕੋ ਸਗਲੀ, ਦਾਨ ਦੇਹ ਪ੍ਰਭ ਭਾਨੈ। ਹੇ ਨਿਰੰਕਾਰ ਅਕਾਲ ਪੁਰਖ ਪਰਮਾਤਮਾ, ਤੂੰ ਦਾਤਾ ਹੈ, ਦਾਤਾ ਤੂੰ ਹੀ ਦਾਤਾ ਹੈ ਸੱਚੇ ਪਾਤਸ਼ਾਹ। ਨੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ। ਦੇਂਦੇ ਟੋਟ ਨਾ ਆਵਈ, ਅਗਣਤ ਭਰੇ ਭੰਡਾਰ। ਤੂੰ ਇੱਕ ਵਚਨ ਹੈ ਸਤ ਸੰਗਤ ਜੀ, ਦਾਤਾ ਇੱਕ ਜੋ। ਤੇ ਮੰਗਣ ਕੋ ਸਗਲੀ, ਆਪਾਂ ਸਾਰੇ ਉਹਦੇ ਤੋਂ ਮੰਗਦੇ ਹਾਂ। ਦਾਨ ਦੇ ਪ੍ਰਭ ਭਾਨੇ, ਉਹ ਆਪਣੇ ਭਾਣੇ ਦੇ ਵਿੱਚ ਦਿੰਦਾ ਜੇ। ਸਤ ਸੰਗਤ ਜੀ ਕਿਸੇ ਵੇਲੇ ਸਾਡੇ ਮਨ 'ਚ ਸ਼ੰਕਾ ਹੋ ਜਾਂਦਾ ਹੈ ਕਿ ਪਤਾ ਨਹੀਂ ਕਿਉਂ ਸਾਨੂੰ ਆਹ ਦਾਤ ਨਹੀਂ ਮਿਲੀ। ਪਰ ਗੁਰਮੁਖੋ ਉਹਨੂੰ ਪਤਾ ਹੈ ਕਿਹੜੀ ਦਾਤ ਕਿਦੋਂ ਕਿਹਨੂੰ ਦੇਣੀ ਆ, ਉਹਦੇ ਲਈ ਉਹ ਕਿਦੋਂ ਫਿੱਟ ਬੈਠਣੀ, ਸਿੱਧੇ ਜਿਹੇ ਅਰਥ ਹਨ। ਉਹਨੂੰ ਸਾਰਾ ਪਤਾ ਹੈ, ਉਹ ਉਦੋਂ ਹੀ ਦਾਤ ਦਿੰਦਾ ਹੈ। ਗੁਰਮੁਖੋ ਜਿੰਨੀ ਕੁ ਸਾਡੀ ਝੋਲੀ ਬਣ ਜਾਂਦੀ ਹੈ, ਉਸ ਹਿਸਾਬ ਨਾਲ ਉਹ ਝੋਲੀ ਭਰ ਦਿੰਦਾ ਹੈ। ਦਾਨ ਦੇ ਪ੍ਰਭ ਭਾਨੇ, ਅਥਵਾ ਜਿਹੜੇ ਭਾਣੇ 'ਚ ਰਹਿੰਦੇ ਹਨ, ਗੁਰੂ ਦੇ ਹੁਕਮ 'ਚ ਰਹਿੰਦੇ ਹਨ, ਉਹਨਾਂ ਦੀਆਂ ਝੋਲੀਆਂ ਭਰਦਾ ਹੈ ਜੀ। ਖਿਨ ਮੈਂ ਅਵਰ ਖਿਨੇ ਮਹਿ ਅਵਰਾ, ਅਚਰਜ ਚਲਤ ਤੁਮਾਰੇ। ਖਿਨ ਥੋੜਾ ਜਿਹਾ ਸਲਮਾ, ਅੱਖਾਂ ਦੀ ਪਲਕ ਦੀ ਝਮਕ ਦੇ ਬਰਾਬਰ ਦਾ ਸਮਾਂ। ਖਿਨ ਮੈਂ ਅਵਰ ਖਿਨੇ ਮਹਿ ਅਵਰਾ, ਇੰਨੇ ਕਿ ਸਮੇਂ ਦੇ ਵਿੱਚ ਉਹ ਹੋਰ ਤੋਂ ਹੋਰ ਕਰ ਦਿੰਦਾ ਜੇ। ਅਚਰਜ ਚਲਤ ਤੁਮਾਰੇ, ਉਹਦੇ ਕੌਤਕ ਹੈਰਾਨ ਕਰ ਦੇਣ ਵਾਲੇ ਹਨ। ਗੁਰਮੁਖੋ ਜਰਾ ਧਿਆਨ ਦਿਓ, ਜਦੋਂ ਦਾਈ ਦੌਲਤਾਂ ਗਈ ਆ ਨਾ ਅੰਦਰ, ਤੇ ਉਦੋਂ ਮਨ ਦੇ ਵਿੱਚ ਹੋਵੇਗਾ ਕਿ ਮਨਾ ਅੱਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰ ਦੇਣੀ ਆ। ਮਹਿਤਾ ਕਲਿਆਣ ਦਾਸ ਜੀ ਦੇ ਪਾਸੋਂ ਵੇਖ ਮੈਂ ਕਿੰਨੀ ਮਾਇਆ ਮੰਗਣੀ, ਕਿੰਨੀ ਵੇਖ ਮੈਂ ਕਿੰਨੇ ਬਸਤਰ ਮੰਗਣੇ ਨੇ, ਵੇਖ ਮੈਂ ਕੀ ਕੁਝ ਮੰਗਣਾ ਹੈ, ਦਾਣੇ ਮੰਗਣੇ ਆਪਣੇ ਧੀਆਂ ਪੁੱਤਰਾਂ ਦੇ ਲਈ। ਪਰ ਗੁਰਮੁਖੋ ਖਿਨ ਮਹਿ ਅਵਰ ਖਿਨੇ ਮਹਿ ਅਵਰਾ, ਅਚਰਜ ਚਲਤ ਤੁਮਾਰੇ। ਜਦੋਂ ਅਚਰਜ ਚਲਤ ਵੇਖੇ ਨਾ, ਹੈਰਾਨ ਕਰ ਦੇਣ ਵਾਲੇ ਕੌਤਕ ਵੇਖੇ, ਤੇ ਗੁਰਮੁਖੋ ਫਿਰ ਬਿਸਮਾਤ ਦੇ ਵਿੱਚ ਚਲੇ ਗਈ। ਫਿਰ ਤ੍ਰਿਸ਼ਨ ਜਿਹੜੀ ਸੀ, ਤ੍ਰਿਸ਼ਨਾ ਬੁੱਝ ਗਈ, ਤ੍ਰਿਪਤ ਹੋ ਗਈ। ਤੇ ਫਿਰ ਕਹਿੰਦੀ ਮੈਨੂੰ ਕੁਝ ਨਹੀਂ ਚਾਹੀਦਾ, ਮੈਂ ਰੱਜ ਚੁੱਕੀ ਹਾਂ। ਰੂੜੋ ਗੂੜੋ ਗਹਿਰ ਗੰਭੀਰੋ,
ਊਚੋ ਅਗਮ ਅਪਾਰੇ। ਅਕਾਲ ਪੁਰਖ ਪ੍ਰਮਾਤਮਾ ਦੀ ਸੁੰਦਰਤਾ ਦਾ ਕੋਈ ਵਿਖਿਆਨ ਨਹੀਂ ਕਰ ਸਕਦਾ, ਉਹਦੀ ਡੂੰਘਾਈ ਕੋਈ ਦੱਸ ਨਹੀਂ ਸਕਦਾ। ਉਹ ਉੱਚਾ ਹੈ, ਉਹਦੀ ਉਚਾਈ ਦਾ ਵੀ ਪਾਈ ਅੰਤ ਨਹੀਂ ਪਾਇਆ ਜਾ ਸਕਦਾ। ਅਗਮ ਉਹ ਅਗਮਤਾ ਹੈ, ਉਹ ਮਨ ਦੀ ਪਕੜ ਤੋਂ ਪਰੇ ਹੈ, ਉਹ ਗਿਆਨ ਇੰਦਰੀਆਂ ਦੀ ਪਕੜ ਤੋਂ ਪਰੇ ਹੈ, ਉਹ ਪਾਰਾਵਾਰ ਤੋਂ ਰਹਿਤ ਹੈ ਜੀ। ਫਿਰ ਕੀ ਕਰਨਾ ਚਾਹੀਦਾ ਭਾਈ? ਕੋਈ ਨਾ ਕੋਈ ਜੁਗਤੀ ਤੇ ਹੋਵੇਗੀ ਜਿਹਦੇ ਨਾਲ ਸਾਂਝ ਬਣੇਗੀ। ਸਤਿਗੁਰੂ ਜੀ ਦੱਸਦੇ ਹਨ, ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ। ਇਹੋ ਹੀ ਜੁਗਤੀ ਜੇ ਭਾਈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਆਉਣਾ, ਸਤ ਸੰਗਤ ਦੇ ਵਿੱਚ ਬੈਠਣਾ, ਨਾਮ ਜਪਣਾ, ਬਾਣੀ ਪੜ੍ਹਨੀ, ਇਹ ਸਭ ਤੋਂ ਵੱਡੀ ਜੁਗਤੀ ਜੇ, ਜਿਸ ਜੁਗਤੀ ਦੇ ਨਾਲ ਸਾਡੀ ਸਾਂਝ ਉਸ ਰੱਬ ਨਿਰੰਕਾਰ ਦੇ ਨਾਲ ਬਣ ਜਾਂਦੀ ਹੈ। ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ। ਅਥਵਾ ਸਤ ਸੰਗਤ ਜੀ, ਸਤ ਸੰਗਤ ਉਹੀ ਹੈ ਜਿੱਥੇ ਬਾਣੀ ਸੁਣਨ ਦਾ ਸੁਭਾਗਾ ਸਮਾਂ ਮਿਲਦਾ ਹੈ, ਜਿੱਥੇ ਨਾਮ ਜਪਣ ਦਾ ਸੁਭਾਗਾ ਸਮਾਂ ਮਿਲਦਾ ਹੈ ਜੀ। ਆਨੰਦ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ। ਫਿਰ ਗੁਰਮੁਖੋ ਜਦੋਂ ਆਪਾਂ ਦਰਸ਼ਨ ਕਰਦੇ ਹਾਂ, ਦਰਸ਼ਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਦੋਂ ਆਪਾਂ ਮਨ ਕਰਕੇ ਦਰਸ਼ਨ ਕੀਤੇ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਦੋਂ ਬਾਣੀ ਕਰਕੇ ਦਰਸ਼ਨ ਕੀਤੇ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਕੀ ਹੋਇਆ? ਆਨੰਦ ਭਇਆ, ਮਨ ਚਾਉ ਭਰਿਆ, ਪ੍ਰਭ ਆਗਮ ਸੁਣਿਆ। ਗੁਰਮੁਖੋ ਅੱਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਗਟ ਦਿਹਾੜਾ ਹੈ ਨਾ, ਪ੍ਰਕਾਸ਼ ਦਿਹਾੜਾ ਹੈ। ਤੇ ਗੁਰੂ ਦੇ ਪਿਆਰੇ ਗੁਰਮੁਖੋ ਕਈ ਅੰਮ੍ਰਿਤ ਵੇਲੇ ਤੋਂ ਹੀ ਉੱਠ ਕੇ ਚੌਂਕੜੇ ਲਾ ਕੇ ਬਹਿ ਗਏ ਹੋਣਗੇ। ਉਹ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹੋਣਗੇ, ਉਹ ਧੰਨ ਨਿਰੰਕਾਰ ਦੀ ਆਵਾਜ਼ ਨੂੰ ਸਤ ਸੰਗਤ ਜੀ ਗਜਾਉਂਦੇ ਹੋਣਗੇ, ਉਹ ਤਰਲੇ ਲੈਂਦੇ ਹੋਣਗੇ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕਰ ਕਿਰਪਾ ਦਇਆ ਕਰ। ਕਿਉਂ? ਕਿਉਂਕਿ ਆਨੰਦ ਮਿਲਦਾ ਹੈ ਭਾਈ। ਜਦੋਂ ਆਪਾਂ ਸਤਿਗੁਰਾਂ ਜੀ ਨੂੰ ਯਾਦ ਕਰਦੇ ਨਾ, ਆਨੰਦ ਮਿਲਦਾ ਹੈ। ਉਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਤੇ ਆਨੰਦ ਮਿਲਣਾ ਹੀ ਗੁਰੂ ਦੇ ਪਾਸੋਂ ਹੈ। ਇਹ ਮਿਲਣਾ ਹੀ ਗੁਰੂ ਦੇ ਪਾਸੋਂ ਹੈ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਸਤ ਸੰਗਤ ਜੀ ਰਾਏ ਬੁਲਾਰ ਜਿਸ ਦਿਨ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਹੋਇਆ ਨਾ, ਉਸ ਦਿਨ ਰਾਤ ਉਹਨਾਂ ਨੂੰ ਨੀਂਦ ਨਹੀਂ ਆਈ। ਤੇ ਮਹਿਤਾ ਕਲਿਆਣ ਦਾਸ ਜੀ ਦੇ ਘਰ ਆਏ ਤੇ ਆ ਕੇ ਕਿਹਾ, ਕਲਿਆਣ ਦਾਸ ਜੀ ਅੱਜ ਮੈਨੂੰ ਨੀਂਦ ਨਹੀਂ ਆਈ, ਕੀ ਕਾਰਨ ਸੀ? ਸਰੀਰ ਦੁਖਦਾ ਸੀ ਕਿ ਜਾਂ ਕੋਈ ਚਿੰਤਾ ਸੀ? ਨਹੀਂ, ਨਾ ਕੋਈ ਚਿੰਤਾ ਸੀ, ਨਾ ਸਰੀਰ ਦੁਖਦਾ ਸੀ। ਪਤਾ ਨਹੀਂ ਮਨ ਦੇ ਵਿੱਚ ਚਾਅ ਜਿਹਾ ਵੱਖਰਾ ਸੀ। ਆਨੰਦ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ। ਉਸ ਨਿਰਬਾਣੀ ਪੁਰਖ ਦਾ ਪ੍ਰਤਾਪ ਵੇਖ ਕਰਕੇ ਆਨੰਦ ਮਿਲਦਾ ਹੈ। ਆਨੰਦ ਸਤ ਸੰਗਤ ਜੀ, ਨਿਰਬਾਣੀ ਸ਼ਬਦ ਤੋਂ ਭਾਵ ਹੈ ਜੋ ਵਾਸ਼ਨਾ ਤੋਂ ਰਹਿਤ ਹੈ, ਜੋ ਤਮੇ ਤੋਂ ਰਹਿਤ ਹੈ, ਜੋ ਲਾਲਚ ਤੋਂ ਰਹਿਤ ਹੈ, ਜੋ ਲੋਭ ਤੋਂ ਰਹਿਤ ਹੈ, ਜੋ ਵਿਕਾਰਾਂ ਤੋਂ ਰਹਿਤ ਹੈ, ਜੋ ਮਾਇਆ ਦੀ ਪਕੜ ਤੋਂ ਪਰੇ ਹੈ, ਉਹ ਹੈ ਅਕਾਲ ਪੁਰਖ ਪ੍ਰਮਾਤਮਾ। ਉਹ ਹਨ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ। ਤੇ ਇਸ ਨਿਰਬਾਣ ਇੱਕੋ ਹੀ ਸ਼ਬਦ ਕਿਤੇ ਮਨ ਚ ਵਸਾ ਲਓ ਨਾ ਸਤ ਸੰਗਤ ਜੀ, ਤੇ ਇੱਕੋ ਹੀ ਸ਼ਬਦ ਦੇ ਨਾਲ ਕਿਰਪਾ ਹੋ ਜਾਂਦੀ। ਗੁਰਮੁਖੋ ਆਪਾਂ ਵੱਡੇ ਭਾਗਾਂ ਵਾਲੇ, ਸਾਡਾ ਗੁਰੂ ਨਿਰਬਾਣੀ ਜੇ, ਨਿਰਬਾਣੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕੋਈ ਤਮਾ ਥੋੜੀ ਆ ਕਿ ਭਾਈ ਮੇਰੇ ਕੋਲ ਫਲਾਣਾ ਆਵੇ ਤੇ ਉਹ ਮੈਨੂੰ ਇੰਨੀ ਮਾਇਆ ਦੇ ਜਾਵੇ ਤੇ ਮੈਂ ਉਹਦੀ ਬੱਲੇ ਬੱਲੇ ਕਰਾਂ। ਨਹੀਂ ਭਾਈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜਾ ਵੀ ਕੌਤਕ ਵਰਤਾਉਂਦੇ ਸਾਡੇ ਭਲੇ ਲਈ ਵਰਤਾਉਂਦੇ ਹਨ। ਗੁਰਮੁਖੋ ਆਪਾਂ ਨਿਰਬਾਣੀ ਗੁਰੂ ਦੇ ਨਾਲ ਜੁੜੀਏ, ਨਿਰਬਾਣੀ ਦੇ ਨਾਲ। ਮੰਜੀ ਸਾਹਿਬ ਤੋਂ ਦਾਸ ਕਥਾ ਸੁਣ ਰਿਹਾ ਸੀ, ਇਸੇ ਹੀ ਸ਼ਬਦ ਦੀ ਸਤ ਸੰਗਤ ਜੀ ਗੁਰੂ ਦੇ ਪਿਆਰੇ ਨੇ ਵਿਆਖਿਆ ਕਰਕੇ ਕਿਹਾ ਸੀ, ਆਂਦਾ ਭਾਗਾਂ ਵਾਲੇ ਜੇ, ਭਾਗਾਂ ਵਾਲੇ ਜੇ। ਗੁਰਮੁਖੋ ਕਿਸੇ ਚੰਮ ਦੇ ਲਿਫਾਫੇ ਦੇ ਕੋਲ ਸਾਡੀ ਕੋਈ ਧੀ ਭੈਣ ਜਾ ਕੇ ਬਹਿੰਦੀ ਆ ਨਾ, ਕਿਸੇ ਚੰਮ ਦੇ ਲਿਫਾਫੇ ਦੇ ਕੋਲ, ਸਮਝ ਗਏ ਹੋਗੇ ਕਿ ਚੰਮ ਦਾ ਲਿਫਾਫਾ ਕੀ ਹੈ। ਗੁਰਮੁਖੋ ਆ ਜਿਹੜਾ ਅਸੀਂ ਸਰੀਰ ਲਈ ਫਿਰਦੇ ਆ ਨਾ, ਇਹ ਚੰਮ ਦਾ ਲਿਫਾਫਾ ਹੈ। ਇਹਦੀ ਉਪਜ ਹੋਈ ਕਾਮ ਤੋਂ, ਤੇ ਜਿਹਦੀ ਉਪਜੀ ਕਾਮ ਤੋਂ ਹੋਈ, ਉਹ ਕਾਮ ਤੋਂ ਰਹਿਤ ਕਿੱਦਾਂ ਹੋ ਸਕਦਾ ਹੈ? ਗੁਰਮੁਖੋ ਕਿਸੇ ਚੰਮ ਦੇ ਲਿਫਾਫੇ ਦੇ ਕੋਲ ਜਾ ਕੇ ਬਹਿਨੇ ਆ ਨਾ, ਤੇ ਸਮਾਜ ਉਂਗਲ ਚੁੱਕਦਾ ਜੇ, ਉਂਗਲ ਚੁੱਕੇਗਾ ਕਿ ਆ ਧੀ, ਆ ਭੈਣ, ਆ ਮਾਂ ਫਲਾਣੇ ਬਾਬੇ ਕੋ ਜਾਂਦੀ ਜੇ। ਪਰ ਗੁਰਮੁਖੋ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬਵਾਂਗੇ ਤੇ ਜਿਸ ਹੱਥ ਦੇ ਨਾਲ ਉਂਗਲ ਚੁੱਕੀ ਆ ਨਾ, ਉਹ ਦੋਵੇਂ ਹੱਥ ਜੁੜ ਜਾਣਗੇ ਕਿ ਆ ਧੀ, ਆ ਭੈਣ ਭਾਗਾਂ ਵਾਲੀ ਆ ਜਿਹੜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਵਿਚਰਦੀ ਆ। ਗੁਰਮੁਖੋ ਲਾਭ ਲਿਆ ਕਰੋ। ਅੱਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਗਟ ਦਿਹਾੜਾ ਹੈ ਨਾ, ਇੱਕ ਹੀ ਪ੍ਰਣ ਕਰ ਲਈਏ ਕਿ ਅਸੀਂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਜੁੜਨਾ ਹੈ।
ਅਸੀਂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜ ਜਾਣਾ ਹੈ, ਕਿਉਂਕਿ ਉਹ ਨਿਰਬਾਣੀ ਹੈ, ਉਹਨੂੰ ਕੋਈ ਤਮਾ ਨਹੀਂ, ਉਹਨੂੰ ਕੋਈ ਲਾਲਚ ਨਹੀਂ। ਉਹ ਜੁੜੋਗੇ ਤੇ ਭਲਾ ਸਾਡਾ ਹੀ ਹੋਣਾ ਹੈ। ਸਤ ਸੰਗਤ ਜੀ, ਸਮਾਂ ਜ਼ਿਆਦਾ ਹੋ ਗਿਆ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਅਖੀਰ ਦੇ ਵਿੱਚ ਫਿਰ ਆਪ ਸਰਬੱਤ ਸੰਗਤਾਂ ਨੂੰ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਗਟ ਦਿਹਾੜੇ, ਪ੍ਰਕਾਸ਼ ਦਿਹਾੜੇ ਦੀਆਂ ਬੇਅੰਤ ਵਧਾਈਆਂ ਹੋਣ ਜੀ। ਸਾਧ ਸੰਗ ਜੋ ਤੁਮੇ ਮਿਲਾਇਓ, तो सुनी तुम्हारी बाणी, आनंद पया पेखत ही नानक, प्रताप पुरख निर्बाणी। वाहिगुरु जी का खालसा, वाहिगुरु जी की फतेह। जुगो जुग अटल चबर छत्र तख्तां दे मालक सरवरे कहनात सर्व शक्तिमान, हाजरा हजूर प्रतख गुरु गुरु नानक देव महाराज ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿੱਤਰ ਗੋਦ ਵਿੱਚ ਬੈਠੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ, ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਾ ਰਾਖੀ ਮੇਰੀ। सतगुरु नानक प्रगटिया मिट्टी तो जग चानन होवा, जो कर सूरज निकलिया तारे छिपी अंधेर पलोवा। दे मां वाकों सार लख खुशियां पातशाहियां, जे सतगुरु नदर करे निम के कर नाम दे, मेरा मन तन शीतल होए। वाहो वाहो बाणी निरंकार है, तिस जेवड़ अवर ना कोई। सतगुरु हाजर नाजर प्रतख गुरु गुरु नानक साहब महाराज आप नरैन कला धार साहब श्री गुरु ग्रंथ साहब महाराज जी आप जी दर्शन कर रहे जो। इहो सतगुरु नानक देव महाराज प्रकाश दिस ते अज सतगुरु नानक देव पातशाह दे आप सब संगतां दर्शन कर रहे ने। गज के बोलो सतनाम श्री वाहिगुरु। सो सतगुरु नानक देव महाराज जी दे अवतार दिहाड़े ते सारियां ही संगतां नूं, दसों गुरु साहिबानां नूं, शहीदां सिंघां नूं ते सारियां ही संगतां नूं लख लख ਵਧਾਈਆਂ होण। ਭਾਗਾ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਸਾਹਿਬ ਜੀਆਂ ਦਾ ਬਹੁਤ ਧੰਨਵਾਦ। ਬੜੇ ਹੀ ਵਿਸਤਾਰ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਨੂੰ ਸਮਰਪਿਤ ਵਿਚਾਰ ਕਥਾ ਵਿਚਾਰ ਕੀਤੇ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀਆਂ ਦਾ। ਸੋ ਭਾਈ ਸਾਹਿਬ ਜੀ ਨੂੰ ਬੇਨਤੀ ਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਦਿਹਾੜੇ ਤੇ ਸਮਰਪਿਤ ਕਿਰਪਾ ਕਰਕੇ ਇੱਕ ਹਫ਼ਤਾ ਜਿਹੜਾ ਉਹ ਪੂਰਾ ਕਰ ਦਿਓ ਜੀ। ਇੱਕ ਹਫ਼ਤੇ ਵਾਸਤੇ ਜਿਹੜੀ ਸੇਵਾ ਬਾਬਾ ਜੀਵਨ ਸਿੰਘ ਜੀ ਦੇ ਸਥਾਨਾਂ ਤੇ, ਨਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਿਹੜੀ ਮਹਾਰਾਜ ਜੀ ਜਨਮ ਸਾਖੀ ਸ਼ੁਰੂ ਕੀਤੀ ਆ, ਉਹ ਕਿਰਪਾ ਕਰਕੇ ਜਿਹੜੀ ਆ ਉਹ ਇੱਕ ਹਫ਼ਤੇ ਵਾਸਤੇ ਅਸੀਂ ਬੇਨਤੀ ਕਰਦੇ ਹਾਂ ਭਾਈ ਸਾਹਿਬ ਜੀਆਂ ਨੂੰ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ आप नरैन कला धार जग में परवरियो। आप सतगुरु नानक देव महाराज जगत जलंदा रख ले अपनी कृपा धार। आप हर सतगुरु नानक देव महाराज सारे जगत दे वाली गुरु नानक साहब महाराज जी की कथा अज जन्म साखी शुरू की ते भाई साहब जी नूं बेनती कि एक हफ्ते वास्ते बाबा जीवन सिंह जी के पावन पित्र स्थानां ते जिहड़ी सेवा ਉਹ ਲਾਉਣ ਜੀ। ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ। ਸੋ ਭਾਗਾ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਆਏ ਸਨ, ਭਾਈ ਸਾਹਿਬ ਜੀ ਨੇ ਦੱਸਿਆ ਹੈ ਵੀ 1:05 ਦਾ ਸਮਾਂ ਸੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅਵਤਾਰ ਧਾਰਿਆ। ਉਸ ਸਮੇਂ ਵੀ ਕਹਿੰਦੇ ਠੰਡੀ ਪੌਣ ਚੱਲਦੀ ਸੀ। ਠੰਡੀ ਪੌਣ ਤੇ ਹਲਾਰੇ ਸੱਚਖੰਡ ਦੇ, ਹਲਾਰੇ ਸੱਚਖੰਡ ਦੇ, ਗੁਰੂ ਨਾਨਕ ਜੀ ਤੋਂ ਆਏ ਮਾਤ ਲੋਕ ਦੇ। ਠੰਡੀ ਪੌਣ ਤੇ, ਠੰਡੀ ਪੌਣ ਤੇ ਸੱਚਖੰਡ ਦੇ, ਹਲਾਰੇ ਸੱਚਖੰਡ ਦੇ, ਗੁਰੂ ਨਾਨਕ ਜਦੋਂ ਆਏ ਮਾਤ ਲੋਕ ਦੇ। ਠੰਡੀ ਪੌਣ ਤੇ, ਠੰਡੀ ਪੌਣ ਤੇ ਹਲਾਰੇ ਸੱਚਖੰਡ ਦੇ,
ਹਲਾਰੇ ਸਾਚੇ ਖੰਡ ਦੇ। ਗੁਰੂ ਨਾਨਕ ਜਦੋਂ ਆਏ ਮਾਤ ਲੋਕ ਦੇ, ਠੰਡੀ ਪਾਉਣ ਤੇ। ਭਾਗਾਂ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਜੋ ਘਰ ਸੂਰਜ ਨਿਕਲਿਆ, ਤਾਰੇ ਛਿਪੀ ਅੰਧੇਰ ਪਲੋਵਾ। ਸਤਿਗੁਰੂ ਮਹਾਰਾਜ ਜੀ ਨੇ ਚਾਰੇ ਪਾਸੇ ਪ੍ਰਕਾਸ਼ ਹੋਇਆ। ਉਸ ਸਮੇਂ ਠੰਡੀ ਪੌਣ ਤੇ ਹਲਾਰੇ ਸੱਚਖੰਡ ਦੇ। ਭਾਗਾਂ ਵਾਲਿਓ ਸਾਰੀ ਸਤਿਗੁਰੂ ਮਹਾਰਾਜ ਜੀ ਨੇ ਠੰਡ ਵਰਤਾ ਦਿੱਤੀ। ਬਲਿਹਾਰੇ ਜਾਈਏ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਤੋਂ। ਸਤਿਗੁਰੂ ਮਹਾਰਾਜ ਜੀ ਨੇ ਅੱਜ ਦੇ ਦਿਨ ਅਵਤਾਰ ਧਾਰਿਆ। ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ। ਇਹਨਾਂ ਬੇਨਤੀਆਂ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਸਤਨਾਮ 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 ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਨਾਮ ਸਤਨਾਮ ਸਤਨਾਮ ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਸਤਨਾਮ ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਨਾਮ ਸਤਨਾਮ ਸਤਨਾਮ ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਨਾਮ ਸਤਨਾਮ ਸਤਨਾਮ ਜੀ। ਜਪੋ ਸਤਨਾਮ 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 ਜੀ।